पंजाब दस्तावेज़ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਤੁਹਾਨੂੰ ਸਭ ਨੂੰ ਲੋਹੜੀ ਦੀਆਂ ਬਹੁਤ-ਬਹੁਤ ਵਧਾਈਆਂ। ਔਰ ਜਿਨ੍ਹਾਂ ਦੇ ਘਰ ਬੱਚੀਆਂ ਨੇ ਜਨਮ ਲਿਆ ਹੈ ਉਹਨਾਂ ਨੂੰ ਹੋਰ ਵੀ ਜ਼ਿਆਦਾ ਵਧਾਈਆਂ। ਇਹ ਤਿਉਹਾਰ ਜੋ ਪੁਰਾਤਨ ਸਮੇਂ ਤੋਂ ਬੇਟਿਆਂ ਦੇ ਜਨਮ 'ਤੇ ਮਨਾਇਆ ਜਾਂਦਾ ਹੈ, ਅੱਜ ਖਾਸ ਤੌਰ 'ਤੇ ਅਸੀਂ ਇਹ ਦਿਨ ਲੜਕੀਆਂ ਅਤੇ ਔਰਤਾਂ ਦੀ ਗੱਲ ਕਰਨ ਲਈ ਚੁਣਿਆ ਹੈ, ਕਿਉਂਕਿ ਹੁਣ ਵਕਤ ਆ ਗਿਆ ਹੈ ਕਿ ਅਸੀਂ ਇਹ ਸਮਝੀਏ ਕਿ ਸਮਾਜ ਵਿੱਚ ਲੜਕੀਆਂ ਅਤੇ ਔਰਤਾਂ ਦਾ ਕਿੰਨਾ ਮਹੱਤਵਪੂਰਨ ਰੋਲ ਹੈ। ਅੱਜ ਤੁਹਾਡੇ ਨਾਲ ਮੈਂ ਮਿਲਾਉਣ ਜਾ ਰਹੀ ਹਾਂ ਇੱਕ ਉੱਘੇ ਕਿਰਦਾਰ ਡਾਕਟਰ ਜੋਤੀ ਸੇਠ। ਡਾਕਟਰ ਜੋਤੀ ਸੇਠ ਹਾਲ ਵਿੱਚ ਹੀ ਸਰਕਾਰੀ ਕਾਲਜ 42 ਦੇ ਵਿੱਚੋਂ ਹੈੱਡ ਆਫ ਦ ਸੋਸ਼ੀਓਲੋਜੀ ਡਿਪਾਰਟਮੈਂਟ ਰਿਟਾਇਰ ਹੋਏ ਨੇ ਔਰ ਇਹ ਆਪਣੇ ਅੰਦਰ ਇੱਕ ਬਹੁਤ ਜ਼ਿਆਦਾ ਤਾਂਘ ਰੱਖਦੇ ਨੇ ਔਰਤਾਂ ਅਤੇ ਬੱਚਿਆਂ ਦੇ ਲਈ ਕੰਮ ਕਰਨ ਦੇ ਲਈ। ਇਹ ਇਸ ਕੰਮ ਦੇ ਲਈ ਜਾਗੋਰੀ ਵਰਗੇ ਉੱਘੇ NGOs ਨਾਲ ਜੁੜੇ ਰਹੇ ਨੇ, ਉਹਨਾਂ ਦੇ ਟਰਸਟੀ ਰਹੇ ਨੇ ਔਰ ਇਹ ਕੰਮ ਕਰਦਿਆਂ ਇਹਨਾਂ ਨੂੰ ਤਕਰੀਬਨ 36 ਸਾਲ ਦਾ ਤਜਰਬਾ ਹੈ। ਇਹ ਜੈਂਡਰ ਦੇ ਮਾਹਰ ਹਨ ਅਤੇ ਔਰਤਾਂ ਦੇ ਲਈ ਪੰਜਾਬ, ਹਿਮਾਚਲ, ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਬਹੁਤ ਕੰਮ ਕੀਤਾ ਹੈ। ਸੋ ਅੱਜ ਦੀ ਜੋ ਅਸੀਂ ਗੱਲਬਾਤ ਸ਼ੁਰੂ ਕਰਨੀ ਹੈ ਉਹਦੇ ਬਾਰੇ ਇੱਕ ਹਾਲਾਤ ਆਪਾਂ ਪਹਿਲਾਂ ਦੇਖੀਏ ਕਿ ਅੱਜ ਕੱਲ੍ਹ ਕੀ ਹਾਲਾਤ ਨੇ ਪੰਜਾਬ ਅਤੇ ਬਾਕੀ ਦੇ ਭਾਰਤ ਦੇ ਵਿੱਚ ਵੀ ਔਰਤਾਂ ਬਾਰੇ। ਅਸੀਂ ਜਾਣਦੇ ਹਾਂ ਕਿ ਭਾਰਤੀ ਸੰਵਿਧਾਨ ਦੇ ਵਿੱਚ ਔਰਤਾਂ ਨੂੰ ਬਰਾਬਰ ਦੇ ਹੱਕ ਦਿੱਤੇ ਗਏ ਹਨ। ਨਾ ਕੇਵਲ ਬਰਾਬਰ ਦੇ ਹੱਕ, ਸਰਕਾਰ ਨੂੰ ਇਹ ਵੀ ਤਾਕੀਦ ਕੀਤੀ ਗਈ ਹੈ ਕਿ ਉਹ ਖਾਸ ਉਪਰਾਲੇ ਕਰਕੇ ਔਰਤਾਂ ਦੇ ਹੱਕਾਂ ਦੀ ਰੱਖਿਆ ਕਰਨ। ਇਸ ਦੇ ਬਾਵਜੂਦ ਜੈਂਡਰ ਡਿਸਪੈਰਿਟੀ ਦੇ ਸਾਨੂੰ ਆਸ-ਪਾਸ ਬੜੇ ਉਦਾਹਰਣ ਮਿਲਦੇ ਨੇ। ਇਹ ਬੜੇ ਇੱਕ ਸ਼ਰਮਨਾਕ ਗੱਲ ਹੈ ਕਿ ਪੰਜਾਬ ਦੇ ਵਿੱਚ ਹਰ 1000 ਮਰਦ ਦੇ ਪਿੱਛੇ ਕੇਵਲ 875 ਔਰਤਾਂ ਹਨ ਕੁਝ ਲਈ ਕੰਮ ਕਰਨ ਦੇ ਲਈ। ਇਹ ਇਸ ਕੰਮ ਦੇ ਲਈ ਜਾਗੋਰੀ ਵਰਗੇ ਉਲਕ ਲੜਕੀ ਦਾ ਵਿਆਹ ਕਰਨ ਦੇ ਲਈ 12 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਨਵਾਂ ਸਾਲ ਚੜ੍ਹਦੇ ਹੀ ਸਾਨੂੰ ਇੱਕ ਬੜੀ ਮਾੜੀ ਖਬਰ ਮਿਲੀ ਕਿ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ AIG ਆਸ਼ੀਸ਼ ਕੁਮਾਰ ਦੇ ਖਿਲਾਫ ਇੱਕ ਔਰਤ ਨੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਇਹ ਉਹ ਲੋਕ ਨੇ ਜਿਨ੍ਹਾਂ ਨੇ ਸਮਾਜ ਅਤੇ ਖਾਸ ਤੌਰ 'ਤੇ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਕਰਨੀ ਹੈ। ਔਸਤਨ 2022 ਵਿੱਚ ਪੰਜਾਬ ਵਿੱਚ 508 ਬਲਾਤਕਾਰਾਂ ਦੇ ਕੇਸ ਦਰਜ ਕੀਤੇ ਗਏ ਔਰ ਅਸੀਂ ਇਹ ਵੀ ਜਾਣਦੇ ਹਾਂ ਕਿ ਇਹਨਾਂ ਦੇ ਵਿੱਚੋਂ ਸ਼ਾਇਦ ਅੱਧੇ ਵੀ ਰਿਪੋਰਟ ਨਹੀਂ ਹੁੰਦੇ। ਘਰੇਲੂ ਹਿੰਸਾ ਬਾਰੇ ਤਾਂ ਆਪਾਂ ਕੀ ਕਹੀਏ, ਸਾਡੀ ਪਿਤਰ ਪ੍ਰਧਾਨ ਸਮਾਜ ਦੇ ਵਿੱਚ ਇਹ ਤਾਂ ਅਕਸਰ ਦੇਖਣ ਨੂੰ ਮਿਲਦੀ ਹੈ ਔਰ ਰਿਸਰਚ ਦੇ ਮੁਤਾਬਕ ਜਿਹੜੀ ਨੈਸ਼ਨਲ ਬਿਊਰੋ ਆਫ ਕ੍ਰਾਈਮਸ ਹੈ ਉਹ ਕਹਿੰਦੇ ਨੇ ਕਿ ਬਾਲਗ ਔਰਤਾਂ ਵਿੱਚ ਔਸਤਨ 30% ਲਈ ਕੰਮ ਕਰਨ ਦੇ ਲਈ ਇਹ ਇਸ ਕੰਮ ਦੇ ਲਈ ਜਾਗੋਰੀ ਵਰਗੇ ਸ਼ਿਕਾਰ ਹੋਈਆਂ ਨੇ। ਔਰ ਟਾਈਮਸ ਆਫ ਇੰਡੀਆ ਰਿਪੋਰਟ ਕਰਦਾ ਹੈ ਕਿ ਕਰੀਬ 77% ਔਰਤਾਂ ਇਸ ਦੇ ਬਾਰੇ ਬੋਲਣ ਤੋਂ ਵੀ ਮੁਨਕਰ ਨੇ, ਰਿਪੋਰਟ ਕਰਨ ਤੋਂ ਵੀ ਮੁਨਕਰ ਨੇ। ਸੋ ਡਾਕਟਰ ਜੋਤੀ, ਤੁਸੀਂ ਜੈਂਡਰ ਸਟੱਡੀਜ਼ ਦੇ ਮਾਹਰ ਹੋ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਹ ਵੀ ਨਹੀਂ ਜਾਣਦੇ ਕਿ ਜੈਂਡਰ ਅਤੇ ਸੈਕਸ ਲਫ਼ਜ਼ ਇੱਕੋ ਹੀ ਮਤਲਬ ਰੱਖਦਾ ਹੈ ਜਾਂ ਇਹਦੇ ਵਿੱਚ ਕੋਈ ਫਰਕ ਹੈ, ਕੋਈ ਅੰਤਰ ਹੈ। ਤੁਸੀਂ ਇਸ ਬਾਰੇ ਦੱਸੋਗੇ? ਜੀ, ਸੈਕਸ ਅਤੇ ਜੈਂਡਰ ਦੋ ਵੱਖ-ਵੱਖ ਕਨਸੈਪਟਸ ਨੇ। ਸੈਕਸ ਇੱਕ ਜੈਵਿਕ ਪ੍ਰਕਿਰਿਆ ਹੈ, ਬਾਇਓਲੋਜੀਕਲ ਹੈ, ਅਤੇ ਜੈਂਡਰ ਇੱਕ ਸਮਾਜ ਅਤੇ ਸੰਸਕ੍ਰਿਤੀ ਦੁਆਰਾ ਰਚਿਤ ਇੱਕ ਰਚਨਾ ਹੈ ਜਿਹਦੇ ਨਾਲ ਇੱਕ ਮੇਲ, ਫੀਮੇਲ ਔਰ ਟਰਾਂਸਜੈਂਡਰ, ਜਿਹਨੂੰ ਅਸੀਂ ਕਹਿੰਦੇ ਹਾਂ ਸੈਕਸ, ਜੋ ਬਾਇਓਲੋਜੀਕਲੀ
ਮੇਲ ਜਾਂ ਫੀਮੇਲ ਜਾਂ ਟਰਾਂਸਜੈਂਡਰ ਹੈ ਉਹਨਾਂ ਦੇ ਸਿਰਫ ਜੈਨੀਟਲਸ ਔਰ ਰੀਪਰੋਡਕਟਿਵ ਆਰਗਨਸ ਉਹਨਾਂ ਦੀ ਸਰੀਰਕ ਆਕਾਰ ਫਰਕ ਹੁੰਦਾ ਹੈ। ਜੈਂਡਰ ਵਿੱਚ ਅਸੀਂ ਕਹਿੰਦੇ ਹਾਂ ਕਿ ਅਸੀਂ ਕਿੱਦਾਂ ਕੁੜੀ ਮੁੰਡਾ ਔਰਤ ਮਰਦ ਤੇ ਟਰਾਂਸਜੈਂਡਰ ਬਣਦੇ ਹਾਂ। ਸਾਨੂੰ ਜੋ ਵੀ ਲਈ ਕੰਮ ਕਰਨ ਦੇ ਲਈ ਇਹ ਇਸ ਕੰਮ ਦੇ ਲਈ ਜਾਗੋਰੀ ਵਰਗੇ ਹੋਣਾ ਚਾਹੀਦਾ ਤੇ ਇਸ ਲਈ ਸੈਕਸ ਇਜ਼ ਮਿਅਰਲੀ ਬਾਇਓਲੋਜੀਕਲ, ਜੈਂਡਰ ਸੋਸ਼ਲ ਕੰਸਟਰਕਸ਼ਨ ਹੈ, ਸੰਸਕ੍ਰਿਤੀ ਔਰ ਸਮਾਜ ਬਣਾਉਂਦਾ ਹੈ ਸਾਨੂੰ। ਤੇ ਬਚਪਨ ਤੋਂ ਸਾਡੀ ਕੰਡੀਸ਼ਨਿੰਗ ਕੀਤੀ ਜਾਂਦੀ ਹੈ ਕਿ ਤੁਸੀਂ ਇੱਦਾਂ ਦੀ ਕੁੜੀ ਬਣਨਾ ਹੈ, ਤੁਸੀਂ ਇੱਦਾਂ ਦਾ ਮੁੰਡਾ ਬਣਨਾ ਹੈ ਤੇ ਟਰਾਂਸਜੈਂਡਰ ਦੀ ਗੱਲ ਹੋਰ ਵੀ ਡਿਫਰੈਂਟ ਹੈ। ਹੁਣ ਸਾਨੂੰ ਕੁਆਲਿਟੀਜ਼ ਦੱਸੀਆਂ ਜਾਂਦੀਆਂ ਤੇ ਕਿ ਕੁੜੀ ਇੱਦਾਂ ਦੀ ਹੋਣੀ ਚਾਹੀਦੀ ਹੈ, ਮੁੰਡਾ ਇੱਦਾਂ ਦਾ। ਤੇ ਕੁੜੀ ਦੀ ਕੁਆਲਿਟੀਜ਼ ਜਿਹੜੀ ਹੈ ਕਿ ਉਹ ਇਮੋਸ਼ਨਲ ਹੈ, ਡਿਸੀਸ਼ਨ ਨਹੀਂ ਲੈ ਸਕਦੀ, ਉਹਨੂੰ ਅੱਖਾਂ ਨੀਵੇਂ ਕਰਕੇ ਚੱਲਣਾ ਚਾਹੀਦਾ ਹੈ। ਹੁਣ ਤਾਂ ਅਸੀਂ ਅੱਖਾਂ ਉੱਤੇ ਕਰਕੇ ਚੱਲਦੇ ਹਾਂ, ਲੇਕਿਨ ਫਿਰ ਕਹਿੰਦੇ ਆ ਕਿ ਜੀ ਡਿਸੀਸ਼ਨ ਨਹੀਂ ਲੈ ਸਕਦੀ, ਉਹਨੂੰ ਬੜੀ ਕੋਮਲ ਹੋਣੀ ਚਾਹੀਦੀ ਹੈ ਤੇ ਡਿਪੈਂਡੈਂਟ ਹੋਣੀ ਚਾਹੀਦੀ ਹੈ, ਅਧੀਨਤਾ ਨਾਲ ਰਹਿਣਾ ਚਾਹੀਦਾ ਹੈ। ਤੇ ਮਰਦ ਦੇ ਜਿਹੜੀ ਕੁਆਲਿਟੀਜ਼ ਹੈ ਉਹ ਬਿਲਕੁਲ ਆਪੋਜ਼ਿਟ ਹੈ ਕਿ ਉਹ ਬੜਾ ਮਾਚੋ ਹੋਣਾ ਚਾਹੀਦਾ ਹੈ, ਉਹ ਵਾਇਲੈਂਸ ਵੀ ਕਰ ਸਕਦਾ ਹੈ, ਉਹਨੂੰ ਡਿਸੀਸ਼ਨ ਮੇਕਿੰਗ ਦੀ ਆਦਤ ਹੋਣੀ ਚਾਹੀਦੀ ਹੈ, ਉਹਨੂੰ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ, ਉਹ ਬਰੇਵ ਹੋਣਾ ਚਾਹੀਦਾ ਹੈ ਤੇ ਉਹ ਰੈਸ਼ਨਲ ਹੈ। ਤੇ ਇੱਕ ਤਰਫ ਤੁਸੀਂ ਇਮੋਸ਼ਨਲ ਕੁੜੀ ਨੂੰ ਕਰਤਾ, ਰੈਸ਼ਨਲ ਇਨਸਾਨ ਨੂੰ ਕਰਤਾ। ਇਹ ਬੇਸਿਕਲੀ ਸ਼ੁਰੂਆਤ ਹੋਈ ਕਿ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਤੇ ਬੱਚੇ ਇਹ ਨੈਚੁਰਲੀ ਮੰਨਿਆ ਜਾਂਦਾ ਕਿ ਔਰਤ ਹੀ ਉਹਦੀ ਪਾਲਣ ਪੋਸ਼ਣ ਕਰ ਸਕਦੀ ਹੈ ਤੇ ਔਰਤ ਨੂੰ ਨੇਚਰ ਨਾਲ ਤੇ ਪੁਰਸ਼ ਨੂੰ ਕਲਚਰ ਨਾਲ ਜੋੜਿਆ ਗਿਆ ਤੇ ਪੁਰਸ਼ ਬਾਹਰ ਦਾ ਕੰਮ ਕਰਦਾ ਸੀ ਤੇ ਘਰ ਦਾ ਕੰਮ ਔਰਤ ਕਰਦੀ ਸੀ। ਇਹ ਉਹਨਾਂ ਦੇ ਜੈਂਡਰ ਰੋਲਸ ਬਣ ਗਏ ਤੇ ਆਪੋਜ਼ਿਟਸ ਹੋ ਗਏ ਬਿਲਕੁਲ। ਜਦਕਿ ਅਸੀਂ ਅਗਰ ਦੇਖੀਏ ਤਾਂ ਹਿਊਮਨ ਕੁਆਲਿਟੀਜ਼ ਹੋਣੀ ਚਾਹੀਦੀਆਂ ਦੋਨਾਂ ਵਿੱਚ। ਇਮੋਸ਼ਨਲ ਹੋਣਾ ਪੁਰਸ਼ ਲਈ ਵੀ ਠੀਕ ਹੈ ਤੇ ਔਰਤ ਲਈ ਵੀ ਠੀਕ ਹੈ, ਰੈਸ਼ਨਲ ਔਰਤ ਵੀ ਹੋ ਸਕਦੀ ਹੈ, ਪੁਰਸ਼ ਵੀ ਹੋ ਸਕਦੀ ਹੈ। ਇਸ ਲਈ ਅਸੀਂ ਇਹਨਾਂ ਬਾਈਨਰੀ ਆਪੋਜ਼ਿਟਸ ਨੂੰ ਹੁਣ ਅਸੀਂ ਕੁਐਸਚਨ ਕਰ ਰਹੇ ਹਾਂ ਕਿ ਹਿਊਮਨ ਕੁਆਲਿਟੀਜ਼ ਦੋਨਾਂ 'ਚ ਹੋਣ, ਤਿੰਨਾਂ 'ਚ ਹੋਣ, ਤਿੰਨੋਂ ਜੈਂਡਰ 'ਚ ਹੋਣ। ਐਸੇ ਲਈ ਅਸੀਂ ਸੈਕਸ ਔਰ ਜੈਂਡਰ ਦਾ ਡਿਫਰੈਂਸ ਕਰਦੇ ਹਾਂ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਹੜੇ ਸਮਾਜ ਨੇ ਵੱਖਰੇ ਵੱਖਰੇ ਸ਼ਖਸੀਅਤੀ ਗੁਣ ਔਰਤ ਤੇ ਮਰਦ ਦੇ ਉੱਤੇ ਥੋਪੇ ਨੇ, ਉਹ ਕੁਦਰਤੀ ਨਹੀਂ ਹੈਗੇ, ਬਿਲਕੁਲ ਨਹੀਂ। ਉਹ ਸਾਰੇ ਉਹਨਾਂ ਨੂੰ ਸਿਖਾਏ ਪੜ੍ਹਾਏ ਗਏ ਨੇ ਔਰ ਜਿਸ ਦੇ ਮੁਤਾਬਕ ਜੇ ਉਹ ਚੱਲਦੇ ਨੇ ਤਾਂ ਉਹਨਾਂ ਨੂੰ ਸੋਸ਼ਲ ਅਪਰੂਵਲ ਮਿਲਦਾ ਹੈ ਤੇ ਜੇ ਨਹੀਂ ਚੱਲਦੇ ਤਾਂ ਉਹਨਾਂ ਨੂੰ ਉਹਨਾਂ ਦਾ ਕ੍ਰਿਟਿਸਿਜ਼ਮ ਹੁੰਦਾ ਹੈ ਜਾਂ ਉਹਨੂੰ ਚੰਗਾ ਨਹੀਂ ਸਮਝਿਆ ਜਾਂਦਾ। ਐਕਸਪੈਕਟਡ ਵੀ ਹੈ ਤੇ ਐਕਸੈਪਟਡ ਵੀ ਹੈ। ਐਕਸੈਪਟਡ ਵੀ ਹੈ, ਐਕਸੈਪਟਡ ਵੀ ਹੈ। ਅਸੀਂ ਸਾਰੇ ਕੋਸ਼ਿਸ਼ ਕਰਦੇ ਹਾਂ, ਤੁਸੀਂ ਤਾਂ ਸਾਈਕੋਲੋਜਿਸਟ ਹੋ, ਫਿਰ ਅਸੀਂ ਇਹ ਸੋਚਦੇ ਹਾਂ ਕਿ ਨਹੀਂ ਸਾਨੂੰ ਇਦਾਂ ਹੀ ਬਣਨਾ ਚਾਹੀਦਾ ਹੈ। ਜੀ ਜੀ ਜੀ, ਬਿਕਾਜ਼ ਸੋਸ਼ਲ ਅਪਰੂਵਲ ਹਰ ਕੋਈ ਚਾਹੁੰਦਾ ਹੈ ਔਰ ਜਿਹੜੀ ਅਦਰਵਾਈਜ਼ ਜਿਹੜਾ ਅਫੈਕਸ਼ਨ ਨੂੰ ਵਿਦਹੋਲਡ ਕਰਨਾ ਹੈ ਉਹ ਵੀ ਆਪਣੇ ਆਪ ਤੇ ਇੱਕ ਸਜ਼ਾ ਹੈ ਬੰਦੇ ਲਈ। ਬਿਲਕੁਲ। ਸੋ ਇਨਫੈਕਟ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮੇਰੀ PhD ਐਂਡਰੋਜਨੀ ਬਾਰੇ ਸੀਗੀ ਔਰ ਉਹਦੇ ਵਿੱਚ ਵੀ ਜਿਹੜੇ ਰਿਜ਼ਲਟ ਨਿਕਲੇ ਉਹ ਇਹ ਸੀ ਕਿ ਸਭ ਤੋਂ ਮੈਂਟਲੀ ਹੈਲਦੀ, ਕ੍ਰੀਏਟਿਵ ਤੇ ਐਡਜਸਟਡ ਉਹ ਲੋਕ ਨੇ ਜਿਨ੍ਹਾਂ ਵਿੱਚ ਦੋਨੋਂ ਸੋ ਕਾਲਡ ਮੈਸਕੂਲਿਨ ਤੇ ਫੈਮਿਨਿਨ ਗੁਣ ਹੈਗੇ ਨੇ। ਸੋ ਇਹ ਇੱਕ ਸਮਝਣ ਵਾਲੀ ਗੱਲ ਹੈ ਸਾਡੇ ਲਈ। ਹੁਣ ਤੁਸੀਂ ਦੱਸੋਗੇ ਕਿ ਕਿਹੜੇ ਮੇਨ ਤਰੀਕੇ ਨੇ ਜਿਹਦੇ ਨਾਲ ਸਮਾਜ, ਮਾਂ-ਪਿਓ ਤੇ ਜਿਹੜਾ ਘਰ ਦਾ ਯੂਨਿਟ ਹੈ ਜਿੱਥੇ ਬੱਚਾ ਪਹਿਲਾਂ ਸਿੱਖਦਾ ਹੈ ਉਹਨਾਂ ਨੂੰ ਕੰਡੀਸ਼ਨ ਕੀਤਾ ਜਾਂਦਾ ਹੈ ਕਿ ਲੜਕੀਆਂ ਨੂੰ ਇਸ ਤਰੀਕੇ ਨਾਲ ਬਿਹੇਵ ਕਰਨਾ ਚਾਹੀਦਾ ਤੇ ਲੜਕਿਆਂ ਨੂੰ ਇਸ ਤਰੀਕੇ ਨਾਲ। ਐਕਚੁਅਲੀ ਇੱਕ ਬਹੁਤ ਵੱਡਾ ਇੱਕ ਸੋਸ਼ਲ ਸਟਰਕਚਰਲ ਔਰ ਸਿਸਟੈਮਿਕ ਸੰਰਚਨਾ ਹੈ ਪਿਤਰੀ ਸੱਤਾ ਦੀ, ਪੈਟਰੀਆਰਕੀ ਜਿਸ ਨੂੰ ਅਸੀਂ ਕਹਿੰਦੇ ਹਾਂ, ਜੋ ਕਿ ਇੱਕ ਸਿਸਟਮ ਹੈ। ਉਹ ਇੱਕ ਪੁਰਸ਼ ਪੈਟਰੀਆਰਕ ਤਦ ਬਣਦਾ ਹੈ ਕਿਉਂਕਿ ਉਹ ਇੱਕ ਪੈਟਰੀਆਰਕਲ ਸਿਸਟਮ ਦਾ ਹਿੱਸਾ ਹੈ ਤੇ ਪੈਟਰੀਆਰਕੀ ਪਿਤਰੀ ਸੱਤਾ ਉਹ ਸਿਸਟਮ ਹੈ ਜੋ ਪੁਰਸ਼ ਨੂੰ ਡੋਮੀਨੈਂਟ ਤੇ ਔਰਤ ਨੂੰ ਕਮਤਰ ਬਣਾਉਂਦੀ ਹੈ। ਪੁਰਸ਼ ਦੇ ਕੋਲ ਪਾਵਰ ਤੇ ਕੰਟਰੋਲ ਹੈ ਤੇ ਔਰਤ ਕੋਲ
ਪਾਵਰਲੈਸਨੈਸ ਹੈ ਉਹਦੇ ਕੋਲ ਨਹੀਂ ਹੈ। ਇਹ ਪਾਵਰ ਔਰ ਕੰਟਰੋਲ ਕਿਹੜਾ ਹੈ? ਉਹਦੇ ਕੋਲ ਆਰਥਿਕ ਪਾਵਰ ਹੈ, ਉਹਦੇ ਕੋਲ ਆਰਥਿਕ ਸੱਤਾ ਹੈ, ਉਹਦੇ ਕੋਲ ਪ੍ਰੋਪਰਟੀ ਹੈ, ਤੇ ਜਿਹੜੇ ਵੀ ਰਿਸੋਰਸਿਸ ਦਾ ਕੰਟਰੋਲ ਹੈ ਉਹ ਪੁਰਸ਼ ਕੋਲ ਹੈ। ਜਦ ਆਰਥਿਕ ਕੰਟਰੋਲ ਉਹਦੇ ਕੋਲ ਹੈ, ਫਿਰ ਉਹਦੇ ਕੋਲ ਪੋਲੀਟੀਕਲ ਕੰਟਰੋਲ ਵੀ ਹੈ, ਸੋਸ਼ਲ ਸਟੇਟਸ ਵੀ ਉਹਦਾ ਹੀ ਹੁੰਦਾ ਹੈ। ਹੁਣ ਔਰ ਤੇ ਡਿਸੀਜਨ ਮੇਕਰ ਵੀ ਉਹੀ ਹੋ ਗਿਆ। ਹੁਣ ਔਰਤ ਬਿਲਕੁਲ ਦੂਸਰੇ ਐਂਡ ਤੇ ਹੈ, ਦੂਸਰੇ ਸਿਰੇ ਤੇ ਹੈ। ਉਹਦੇ ਕੋਲ ਨਾ ਪ੍ਰੋਪਰਟੀ ਹੈ, ਨਾ ਪੋਲੀਟੀਕਲ ਪਾਵਰ ਹੈ, ਨਾ ਸੋਸ਼ਲ ਸਟੇਟਸ ਹੈ। ਉਹ ਸਿਰਫ ਉਸ ਪੁਰਸ਼ ਦੀ ਜਾਂ ਮਾਂ ਹੈ ਜਾਂ ਬੀਵੀ ਹੈ ਜਾਂ ਭੈਣ ਹੈ, ਤੇ ਉਹਦਾ ਆਪਣੀ ਇੱਕ ਆਇਡੈਂਟੀਟੀ ਨਹੀਂ ਹੈ। ਤੇ ਉਹ ਪਿਤਰੀ ਸੱਤਾ ਇੱਕ ਸਿਸਟਮ ਹੈ ਜੋ ਪੁਰਸ਼ ਤੇ ਔਰ ਮਰਦ ਤੇ ਔਰਤ ਬਣਾਉਂਦਾ ਹੈ। ਤੇ ਪਿਤਰੀ ਸੱਤਾ ਦੇ ਥੰਮ ਜਿਹੜੇ ਨੇ ਉਹ ਬੇਸਿਕਲੀ ਇਹ ਹੈ ਕੰਟਰੋਲ ਐਂਡ ਪਾਵਰ ਓਵਰ ਰਿਸੋਰਸਿਸ, ਔਰਤ ਦੀ ਪ੍ਰੋਡਕਸ਼ਨ ਤੇ ਰੀਪਰੋਡਕਸ਼ਨ ਤੇ ਵੀ ਕੰਟਰੋਲ। ਹੁਣ ਔਰਤ ਦੀ ਪ੍ਰੋਡਕਸ਼ਨ ਕੀ ਹੈ? ਜੇ ਟ੍ਰੈਡੀਸ਼ਨਲੀ ਔਰਤ ਘਰ ਦਾ ਕੰਮ ਕਰਦੀ ਹੈ, ਉਹਨੂੰ ਮਹੱਤਵਤਾ ਹੀ ਨਹੀਂ ਦਿੱਤੀ ਜਾਂਦੀ, ਉਹਨੂੰ ਵੈਲਿਊ ਹੀ ਨਹੀਂ ਪਾਈ ਜਾਂਦੀ ਉਸ ਕੰਮ ਨੂੰ। ਤੇ ਔਰਤ ਦਾ ਜਿਹੜਾ ਵੀ ਕੰਟਰੀਬਿਊਸ਼ਨ ਹੈ, ਬੱਚਿਆਂ ਨੂੰ ਪਾਲਣਾ, ਘਰ ਨੂੰ ਦੇਖਣਾ, ਸਾਰਾ ਕੁਝ ਜਿਹੜੇ ਟ੍ਰੈਡੀਸ਼ਨਲ ਰੋਲਸ ਹੈ ਉਹਦਾ ਮੁੱਲ ਹੀ ਨਹੀਂ ਹੈਗਾ। ਬਿਲਕੁਲ। ਤੇ ਉਹ ਕੀ ਹੁੰਦਾ ਹੈ, ਤੇ ਉਹਦੀ ਪ੍ਰੋਡਕਟਿਵਿਟੀ ਕੰਟਰੋਲ ਹੋ ਗਈ, ਫਿਰ ਉਹਦੀ ਰੀਪਰੋਡਕਸ਼ਨ ਤੇ ਸੈਕਸ਼ੁਅਲਿਟੀ ਤੇ ਕੰਟਰੋਲ ਹੋ ਗਿਆ, ਤੇ ਘਰ ਦੀ ਇੱਜ਼ਤ ਜਿਹੜੀ ਹੈ ਉਹ ਕੁੜੀ ਹੈ, ਔਰਤ ਹੈ। ਤੇ ਉਹਦੇ ਨਾਲ ਨਾਲ ਜਿਹੜੇ ਸਾਰੇ ਪਰਿਵਾਰ ਹੈ, ਸਾਰੀ ਇੰਸਟੀਟਿਊਸ਼ਨਸ ਹੈ, ਲੀਗਲ ਸਿਸਟਮਸ ਹੈ, ਧਰਮ ਹੈ, ਮੀਡੀਆ ਹੈ, ਉਹ ਸਾਰੇ ਇਹਨੂੰ ਹੀ ਅੱਗੇ ਕਰਦੇ ਹੈ, ਇਹਨੂੰ ਹੀ ਪਰਪੈਚੁਏਟ ਕਰਦੇ ਹੈ। ਤੇ ਅਸੀਂ ਉਹ ਸਾਰੇ ਸਿਸਟਮ ਦਾ ਇੱਕ ਹਿੱਸਾ ਬਣੇ ਹੋਏ ਹਾਂ, ਐਂਡ ਦੈਟ ਇਜ਼ ਵਾਈ patriarchy is not good for men or women. Absolutely. और patriarchy दोनों औरत ते मर्द दे थ्रू रन करदी है, लेकिन दोनों ਲਈ ਹਾਨੀਕਾਰਕ ਹੈ। ਜਿਹੜਾ ਮਰਦ ਦੇ ਉੱਤੇ ਬਹੁਤ ਬੜਾ ਪ੍ਰੈਸ਼ਰ ਹੈ ਕਿ ਉਹਨੇ ਕਮਾਣਾ ਹੈ ਤੇ ਘਰ ਖਰੀਦਣਾ ਹੈ ਤੇ ਬੱਚਿਆਂ ਨੂੰ ਪਾਲਣਾ ਹੈ, ਉਹ ਪ੍ਰੋਵਾਈਡਰ ਹੈ, ਉਹ ਵੀ ਪਿਤਰੀ ਸੱਤਾ ਕਰ ਰਹੀ ਹੈ। ਅਸੀਂ ਦੇਖ ਰਹੇ ਹਾਂ ਕਿ ਪੰਜਾਬ 'ਚ ਫਾਰਮਰਸ ਸੁਸਾਈਡਸ ਕਿਉਂ ਹੋ ਰਹੀ ਹੈ? ਇੱਕ ਕਾਰਨ ਇਹ ਵੀ ਹੈ ਕਿਉਂਕਿ ਉਹ ਸੋਚਦੇ ਕਿ ਅਸੀਂ ਆਪਣੇ ਰੋਲ ਨਹੀਂ ਪੂਰੇ ਕਰ ਸਕਦੇ, ਅਸੀਂ ਐਜ਼ ਅ ਫਾਦਰ, ਐਜ਼ ਅ ਪ੍ਰੋਵਾਈਡਰ ਨਹੀਂ ਹੋ ਸਕਦੇ। ਤੇ ਪਿਤਰੀ ਸੱਤਾ ਦੋਨੋਂ ਪੁਰਸ਼ ਤੇ ਔਰਤ ਲਈ, ਪੂਰੇ ਸਮਾਜ ਲਈ ਐਕਚੁਅਲੀ ਹਾਨੀਕਾਰਕ ਹੈ, ਤੇ ਇਹਨੂੰ ਕੁਐਸਚਨ ਕਰਨਾ ਬਹੁਤ ਜ਼ਰੂਰੀ ਹੈ। ਬਹੁਤ ਜ਼ਰੂਰੀ ਹੈ। ਇਹਦੇ ਲਈ ਮੇਰਾ ਖਿਆਲ ਜੇ ਅਸੀਂ ਥੋੜ੍ਹਾ ਜਿਹਾ ਆਪਣੇ ਇਤਿਹਾਸ ਵੱਲ ਦੇਖੀਏ ਤੇ ਕਿਉਂ ਨਾਰਥ ਇੰਡੀਆ ਜਾਂ ਖਾਸ ਤੌਰ 'ਤੇ ਆਪਾਂ ਪੰਜਾਬ 'ਤੇ ਫੋਕਸ ਕਰੀਏ, ਕਿਉਂ ਇਹ ਪਿਤਰੀ ਸੱਤਾ ਜ਼ਿਆਦਾ ਮਜ਼ਬੂਤ ਹੋਈ? ਸ਼ਾਇਦ ਇਹਦੀ ਇੱਕ ਵਜ੍ਹਾ ਇਹ ਵੀ ਸੀ ਵੀ ਇੱਥੇ ਬਾਹਰੋਂ ਇੰਨੇ ਹਮਲਾਵਰ ਆਉਂਦੇ ਸੀ ਕਿ ਇਹ ਜ਼ਿਆਦਾ ਜਿਹੜੇ ਅੱਗੇ ਵੱਧ ਕੇ ਲੜਦੇ ਸੀ ਉਹ ਮਰਦ ਲੜਦੇ ਸੀ, ਤੇ ਹੌਲੀ ਹੌਲੀ ਔਰਤਾਂ ਦਾ ਦਰਜਾ ਨੀਚੇ ਹੁੰਦਾ ਗਿਆ। ਕਿਉਂਕਿ ਜੇ ਅਸੀਂ ਇਹਨੂੰ ਅਸੀਂ ਕੰਪੇਅਰ ਕਰੀਏ ਸਾਊਥ ਨਾਲ, ਉੱਥੇ ਸ਼ਾਇਦ ਔਰਤਾਂ ਇੰਨੀਆਂ ਪੀੜਤ ਨਹੀਂ ਹੈਗੀਆਂ ਨੀਚੇ ਨੇ ਮਰਦਾਂ ਨਾਲੋਂ, ਪਰ ਜਿੰਨਾ ਸਾਡੇ ਇੱਥੇ ਜੈਂਡਰ ਗੈਪ ਹੈ ਉੱਥੇ ਸ਼ਾਇਦ ਇਸ ਤੋਂ ਘੱਟ ਹੈ। ਔਰ ਇਹਦੇ ਵਿੱਚ ਔਰਤਾਂ ਨੂੰ ਚੁੱਕ ਕੇ ਲੈ ਜਾਂਦੇ ਸੀਗੇ, ਜਿਹੜੇ ਬਾਹਰੋਂ ਹਮਲਾਵਰ ਆਉਂਦੇ ਸੀ ਉਹਨਾਂ ਦੇ ਉੱਤੇ ਉਹਨਾਂ ਦਾ ਸ਼ੋਸ਼ਣ ਵੀ ਕਰਦੇ ਸੀ। ਮੇਰੀ ਇੱਕ ਸੋਚ ਹੈ ਕਿ ਸ਼ਾਇਦ ਇਸ ਕਰਕੇ ਔਰਤਾਂ ਨੂੰ ਪਿੱਛੇ ਤੱਕ ਕੇ ਤੇ ਘਰ ਦੇ ਅੰਦਰ ਜ਼ਿਆਦਾ ਰੱਖਣਾ ਸ਼ੁਰੂ ਕਰ ਦਿੱਤਾ। ਇਹ ਇੱਕ ਕੰਟਰੀਬਿਊਟਰੀ ਫੈਕਟਰ ਹੋ ਸਕਦਾ ਹੈ, ਬਟ ਇਹ ਬਹੁਤ ਕੰਪਲੈਕਸ ਮੁੱਦਾ ਹੈ। ਅਸੀਂ ਸੋਚਦੇ ਸੀ ਕਿ ਹਿਮਾਚਲ ਵਿੱਚ ਵਾਇਲੈਂਸ ਨਹੀਂ ਹੈ, ਹਿਮਾਚਲ ਵਿੱਚ ਉਨੀ ਹੋਈ ਵਾਇਲੈਂਸ ਹੈ ਅਗੇਂਸਟ ਔਮਨ, ਜਿੰਨੀ ਜੈਂਡਰ ਬੇਸਡ ਵਾਇਲੈਂਸ ਬਹੁਤ ਜ਼ਿਆਦਾ ਹੈ। ਸਾਊਥ ਵਿੱਚ ਵੀ ਹੈ, ਸਾਰੀ ਜਗ੍ਹਾ ਹੈ। ਪਿਤਰੀ ਸੱਤਾ ਕੇਵਲ ਇੰਡੀਆ ਵਿੱਚ ਨਹੀਂ, ਪੂਰੇ ਵਰਲਡ ਵਿੱਚ ਪ੍ਰਚਲਿਤ ਹੈ, ਲੇਕਿਨ ਹੁਣ ਉਹਦੇ ਫਾਰਮਸ ਬਦਲ ਰਹੇ ਹੈ। ਐਂਡ ਇਹ ਤੁਸੀਂ ਠੀਕ ਕਹਿ ਰਹੇ ਹੋ, ਕੁਝ ਕੰਟਰੀਬਿਊਟਰੀ ਫੈਕਟਰ ਹੋ ਸਕਦਾ, ਬਟ ਮੇਨਲੀ ਕੰਟਰੋਲ ਓਵਰ ਰਿਸੋਰਸਿਸ ਪਾਵਰ ਤੁਹਾਨੂੰ ਦਿੰਦਾ ਹੈ, ਤੇ ਪੋਲੀਟੀਕਲ ਪਾਵਰ ਜਿਹਦੇ ਕੋਲ ਹੈ ਉਹ ਦੂਸਰੇ ਨੂੰ ਅਧੀਨ ਰੱਖੇਗਾ। ਤੇ ਇੱਕ ਹੋਰ ਗੱਲ ਹੈ ਕਿ ਇੱਕ ਤਰਫ ਤਾਂ ਪਾਵਰ ਹੈ, ਪਾਵਰਲੈਸਨੈਸ ਹੈ, ਦੂਸਰੀ ਤਰਫ ਹੈ ਕਿ ਫੀਅਰ ਔਰ ਗਿਲਟ ਵੀ ਪਾਇਆ ਹੋਇਆ ਔਰਤ ਦੇ ਦਿਮਾਗ ਵਿੱਚ ਕਿ ਜੇ ਜਿੱਦਾਂ ਮੇਰੀ ਇੱਕ ਸੀਨੀਅਰ ਕੋਲੀਗ ਨੇ 80 ਸਾਲ ਤੋਂ ਉੱਤੇ ਨੇ ਹੁਣ, ਉਹਨਾਂ ਨੂੰ ਕਰੀਬ 40 ਇਅਰਸ ਪਹਿਲੇ ਸਕਾਲਰਸ਼ਿਪ ਮਿਲਿਆ ਸੀਗਾ ਕੈਲਕਟਾ ਯੂਨੀਵਰਸਿਟੀ ਦਾ ਹਾਇਰ ਐਜੂਕੇਸ਼ਨ ਲਈ। ਤੇ ਉਹਨਾਂ ਦੇ ਫਾਦਰ ਨੇ ਉਹਨੂੰ ਕਿਹਾ ਕਿ ਹਾਂ ਬੀਬਾ ਜਾ ਪੜ੍ਹ ਤਾਂ ਲੈ, ਲੇਕਿਨ ਆਪਣੇ ਪਰਿਵਾਰ ਦਾ ਨਾਮ ਨੀਚਾ ਨਹੀਂ ਹੋਣਾ ਚਾਹੀਦਾ। ਉਹ ਮੈਨੂੰ ਪਰਸੋਂ ਹੀ ਦੱਸ ਰਹੇ ਸੀਗੇ ਕਿ ਚੈਟਰਜੀ ਨਾਮ ਨੀਚੇ ਨਹੀਂ ਹੋਣਾ ਚਾਹੀਏ, ਜਾਓ ਪੜ੍ਹੋ। ਔਰ ਦੇਖੋ ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਹੜੀ ਧਰਤੀ ਤੇ ਗੁਰੂ ਨਾਨਕ ਦੇਵ ਜੀ ਵਰਗੇ ਇੱਕ ਮਹਾਪੁਰਸ਼ ਨੇ, ਗੁਰੂ ਸਾਹਿਬ ਨੇ, ਜਿਨ੍ਹਾਂ ਦੀ
ਗੱਲ ਸਾਰੇ ਮੰਨਦੇ ਸੀਗੇ, ਜਿਹੜੇ ਵੀ ਧਰਮ ਦੇ ਲੋਕ ਸੀ। ਉਹਨਾਂ ਨੇ ਇਹ ਖਾਸ ਤੌਰ 'ਤੇ ਕਿਹਾ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਅਤੇ ਉਹ ਚੀਜ਼ ਫਿਰ ਵੀ ਸਾਡੇ ਸਮਾਜ ਦੇ ਵਿੱਚੋਂ ਨਹੀਂ ਗਈ। ਔਰ ਜਿਹੜੀ ਹੁਣ ਤੁਸੀਂ ਬਾਰ-ਬਾਰ ਦੱਸਿਆ ਹੈ ਕਿ ਜਿਹੜੇ ਰਿਸੋਰਸਿਸ ਨੇ, ਖਾਸ ਤੌਰ 'ਤੇ ਆਰਥਿਕ ਸੱਤਾ ਹੋਣੀ ਬਹੁਤ ਜ਼ਰੂਰੀ ਹੈ। ਉਹਦੇ ਬਿਨਾਂ ਸਮਾਜ ਦੇ ਵਿੱਚ ਬੰਦੇ ਦਾ ਵੀ ਮੁੱਲ ਨਹੀਂ ਪਾਇਆ ਜਾਂਦਾ, ਔਰਤ ਦਾ ਤਾਂ ਬਿਲਕੁਲ ਹੀ ਨਹੀਂ ਪਾਇਆ ਜਾਂਦਾ। ਹੁਣ ਇਹ ਦੇਖਦੇ ਹਾਂ ਅਸੀਂ ਕਿ ਬਹੁਤ ਸਾਰੇ ਮਾਂ-ਬਾਪ ਨਾ ਕੇਵਲ ਪਿੰਡਾਂ ਦੇ ਪਰ ਸ਼ਹਿਰਾਂ ਦੇ ਵਿੱਚ ਵੀ ਉਹ ਚਾਹੁੰਦੇ ਨੇ ਕਿ ਕੁੜੀ ਨੂੰ ਜਾਂ ਤਾਂ ਹਾਈ ਸਕੂਲ ਜਾਂ BA ਕਰਵਾ ਕੇ ਵਿਆਹ ਦਿੱਤਾ ਜਾਵੇ। ਉਹਦੇ ਕਰੀਅਰ ਦੇ ਉੱਤੇ ਫੋਕਸ ਨਹੀਂ ਕਰਦੇ, ਤਵੱਜੋ ਨਹੀਂ ਦਿੰਦੇ। ਔਰ ਮੈਂ ਇਹ ਵੀ ਦੇਖਿਆ ਕਿ ਬੜੀਆਂ ਪੜ੍ਹੀਆਂ ਲਿਖੀਆਂ ਔਰਤਾਂ, ਕਈ ਵਾਰ ਪ੍ਰੋਫੈਸ਼ਨਲ ਕੁਆਲੀਫਿਕੇਸ਼ਨਸ ਵਾਲੀਆਂ ਔਰਤਾਂ ਵੀ ਘਰ ਬੈਠੀਆਂ ਰਹਿੰਦੀਆਂ ਨੇ, ਕਿਉਂਕਿ ਉਹਨਾਂ ਦੇ ਸਹੁਰੇ ਕਹਿੰਦੇ ਅਸੀਂ ਤਾਂ ਨੌਕਰੀ ਨਹੀਂ ਕਰਾਉਣੀ। ਇਹਦੇ ਪਿੱਛੇ ਕੀ ਵਜ੍ਹਾ ਹੋ ਸਕਦੀ ਹੈ? ਕਿਉਂ ਲੋਕ ਕੁੜੀਆਂ ਨੂੰ ਅੱਗੇ ਵਧਾਉਣ ਦੇ ਲਈ ਤੇ ਆਪਣੇ ਪੈਰਾਂ 'ਤੇ ਖੜੇ ਕਰਨ ਲਈ ਇੰਨੇ ਰਿਲੈਕਟੈਂਟ ਨੇ? ਉਹੀ ਪਿਤਰੀਅਤ ਸਤਾਤਮਕ ਜਿਹੜੀ ਸੋਚ ਹੈ ਉਹ ਇੰਨੀ ਜ਼ਿਆਦਾ ਗਹਿਰਾਈ ਨਾਲ ਫੜਿਆ ਹੋਇਆ ਹੈ ਉਹਨੇ, ਕਿ ਹੁਣ ਜਦ ਸਾਡੇ ਨਾਲ ਔਰਤਾਂ ਕੰਮ ਵੀ ਕਰਦੀਆਂ, ਅਸੀਂ ਵੀ ਕੰਮ ਕਰਦੇ ਹਾਂ, ਅਤੇ ਅਸੀਂ ਦੇਖਦੇ ਹਾਂ ਕਿ ਸਾਡੇ ਜਿਹੜੇ ਜੈਂਡਰ ਰੋਲਸ ਹੈ ਉਹ ਬਹੁਤ ਜ਼ਿਆਦਾ ਬਦਲੇ ਨਹੀਂ ਹੈ। ਘਰ ਦਾ ਸਾਰਾ ਜ਼ਿੰਮੇਵਾਰੀ, ਬੱਚਿਆਂ ਨੂੰ ਪਾਲਣਾ, ਬਹੁਤ ਘੱਟ ਤੁਸੀਂ ਦੇਖੋਗੇ ਫਾਦਰਸ ਪੇਰੈਂਟ ਟੀਚਰ ਮੀਟਿੰਗ ਤੇ ਜਾਂਦੇ, ਮਦਰਸ ਹੀ ਜਾਂਦੀਆਂ। ਤੋ ਪੜ੍ਹਾਉਣਾ ਜਿਹੜਾ ਬੱਚਿਆਂ ਨੂੰ, ਉਹਨਾਂ ਦੇ ਮੇਨ ਕੇਅਰ ਗਿਵਰ ਹਰੇ ਵੀ ਮਾਂ ਹੈ। ਤੋ ਐਕਚੁਅਲੀ ਸਾਡੇ ਤਾਂ ਮਲਟੀਪਲ ਰੋਲਸ ਹੋ ਗਏ। ਜਿਹੜਾ ਸਵਾਲ ਤੁਸੀਂ ਕੀਤਾ ਕਿ ਪੜ੍ਹ ਲਿਖ ਕੇ ਵੀ ਘਰ ਬੈਠੇ ਹੈ, ਉਹ ਵੀ ਇਹੀ ਹੈਗਾ ਕਿ ਤੁਸੀਂ ਅੱਜ ਦੀ ਯੰਗਰ ਜਨਰੇਸ਼ਨ ਨੂੰ ਪੁੱਛੋ ਕਿ ਤੁਸੀਂ ਕੰਮ ਕਰੋਗੇ ਕਿ ਨਹੀਂ, ਉਹ ਕਰਾਏਂਗੇ ਤਾਂ ਹਮ ਕਰ लेंगे। बहुत ਘੱਟ ਕੁੜੀਆਂ ਮੈਨੂੰ ਕਹਿੰਦੀਆਂ ਕਿ ਹਾਂ हम नौकरी करेंगे, हम अपने पैरों पे खड़ा होना चाहते हैं। आपको ਤੁਹਾਨੂੰ ਮੈਂ ਦੱਸਾਂ ਕਿ ਅਸੀਂ ਇੱਕ ਰਿਸਰਚ ਕੀਤੀ ਹੁਣੇ ਪੰਜਾਬ ਤੇ ਹਿਮਾਚਲ ਦੇ ਵਰਕਿੰਗ ਵਿਮਨ ਦੇ ਉੱਤੇ, ਜੋ ਕਿ ਆਰਥਿਕ ਰੂਪ ਨਾਲ ਇੰਡੀਪੈਂਡੈਂਟ ਨੇ, ਕਮਾ ਰਹੀਆਂ ਨੇ, ਔਰ ਉਹ ਵਾਲੇ ਸੈਕਸ਼ਨਸ ਜਿਹੜੇ ਮਿਡਲ ਕਲਾਸ ਹੈ, ਜਿਹੜੇ ਬੈਂਕਸ 'ਚ ਕੰਮ ਕਰ ਰਹੇ, ਕਾਲਜਸ ਸਕੂਲਸ 'ਚ ਕੰਮ ਕਰ ਰਹੀਆਂ ਔਰਤਾਂ, ਤੇ ਅਸੀਂ ਦੇਖਿਆ ਕਿ ਟ੍ਰੈਂਡ ਟੂਵਰਡਸ ਚੇਂਜ ਤਾਂ ਹੈ, ਲੇਕਿਨ ਹਲੇ ਵੀ ਪੂਰੀ ਆਪਣੀ ਕਮਾਈ ਦਾ ਵੀ ਕੰਟਰੋਲ ਉਹਨਾਂ ਕੋਲ ਨਹੀਂ ਹੈ। ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਹੁਣ, ਇਹਨੂੰ ਆਪਾਂ ਮੇਰਾ ਖਿਆਲ ਦੋ ਵਜ੍ਹਾ ਨਾਲ ਜੋੜ ਸਕਦੇ ਹਾਂ ਕਿ ਕਿਉਂ ਲੋਕ ਇਸ ਗੱਲੋਂ ਗੁਰੇਜ਼ ਕਰਦੇ ਨੇ ਕਿ ਉਹਨਾਂ ਦੀਆਂ ਕੁੜੀਆਂ ਜਾਂ ਉਹਨਾਂ ਦੀਆਂ ਬੀਵੀਆਂ ਬਾਹਰ ਜਾ ਕੇ ਕੰਮ ਕਰਨ। ਇੱਕ ਤਾਂ ਤੁਸੀਂ ਕਿਹਾ ਸੀ ਕਿ ਘਰ ਦੀ ਇੱਜ਼ਤ ਦਾ ਟੋਕਰਾ ਉਹਨਾਂ ਦੇ ਸਿਰ 'ਤੇ ਰੱਖਿਆ ਜਾਂਦਾ ਹੈ, ਔਰ ਕਿਉਂਕਿ ਉਹ ਇੱਕ ਓਨਰਸ਼ਿਪ ਦੀ ਫੀਲਿੰਗ ਹੈ, ਜਿਹੜੇ ਘਰ ਦੇ ਮੇਲਸ ਨੇ ਜਾਂ ਉਹਨਾਂ ਦਾ ਪਤੀ ਹੈ, ਉਹ ਨਹੀਂ ਚਾਹੁੰਦੇ ਕਿ ਇਹ ਐਕਸਪੋਜ਼ ਹੋਣ ਬਾਹਰ ਜਾ ਕੇ, ਬਾਹਰ ਦੀ ਦੁਨੀਆ ਨੂੰ, ਅਤੇ ਆਪਣੇ ਤੌਰ ਦੇ ਉੱਤੇ ਇੱਕ ਆਪਣੀ ਜ਼ਾਤ ਦੇ ਅਨੁਸਾਰ ਕਿਸੇ ਨਾਲ ਦੋਸਤੀ ਕਰ ਸਕਣ ਜਾਂ ਮਿਲ ਸਕਣ। ਔਰ ਉਹਨਾਂ ਨੂੰ ਪਰਾਏ ਮਰਦ ਦੀ ਵੀ ਉਹਨਾਂ 'ਤੇ ਨਜ਼ਰ ਪੈਣ ਤੋਂ ਬੜਾ ਖੌਫ ਰਹਿੰਦਾ ਹੈ। ਅਤੇ ਦੂਸਰਾ, ਉਹਨਾਂ ਨੂੰ ਇਹ ਵੀ ਲੱਗਦਾ ਹੈ ਸ਼ਾਇਦ ਕਿ ਜੇ ਇਹ ਆਰਥਿਕ ਤੌਰ 'ਤੇ ਆਜ਼ਾਦ ਹੋ ਗਈਆਂ ਤਾਂ ਇਹ ਸਾਡੇ ਨੀਚੇ ਲੱਗ ਕੇ ਨਹੀਂ ਰਹਿਣਗੀਆਂ, ਸਾਡੀ ਅਧੀਨਗੀ ਨਹੀਂ ਮੰਨਣਗੀਆਂ, ਇਹ ਆਪਣਾ ਦਿਮਾਗ ਇਸਤੇਮਾਲ ਕਰਨ ਲੱਗ ਜਾਣਗੀਆਂ। ਸੋ ਇਹਦੇ ਵਿੱਚ ਵਾਕਈ ਮੈਨੂੰ ਲੱਗਦਾ ਕਿ ਪਿਤਰ ਸੱਤਾ ਦੀ ਬਹੁਤ ਬੜੀ ਇੱਕ ਸਾਜ਼ਿਸ਼ ਹੈ ਔਰਤਾਂ ਦੇ ਖਿਲਾਫ। ਔਰ ਦੂਸਰਾ, ਉਹ ਇਹਦੇ 'ਚ ਭੁੱਲ ਜਾਂਦੇ ਨੇ ਕਿ ਕੋਈ ਵੀ ਮੁਲਕ ਤਰੱਕੀ ਨਹੀਂ ਕਰ ਸਕਦਾ ਜਦ ਤੱਕ 50% ਜਿਹੜੇ ਉਹਦੇ ਲੋਕ ਨੇ, ਜੋ ਕਿ ਔਰਤਾਂ ਨੇ, ਤਰੱਕੀ ਤੋਂ ਵਾਂਝੀਆਂ ਰਹਿਣਗੀਆਂ। ਕਿਵੇਂ ਸਾਡੀ GDP ਵਧੂਗੀ, ਕਿਵੇਂ ਅਸੀਂ ਖੁਸ਼ਹਾਲ ਹੋਵਾਂਗੇ ਜੇ ਬਹੁਤ ਸਾਰੇ ਲੋਕਾਂ ਨੂੰ ਅਸੀਂ ਪ੍ਰੋਡਕਟਿਵ ਹੀ ਨਹੀਂ ਹੋਣ ਦੇਵਾਂਗੇ? ਠੀਕ ਹੈ, ਬੱਚੇ ਪਾਲਣਾ ਵੀ ਇੱਕ ਬਹੁਤ ਜ਼ਰੂਰੀ ਚੀਜ਼ ਹੈ, ਪਰ ਕੀ ਦੂਸਰਿਆਂ ਦੇ ਕੱਪੜੇ ਪ੍ਰੈਸ ਕਰਨਾ, ਉਹਨਾਂ ਨੂੰ ਰੋਟੀ ਦੇਣਾ, ਉਹ ਸਵੇਰੇ ਉੱਠ ਕੇ ਚਾਹ ਦੇਣਾ, ਇਹ ਕੋਈ ਬੜੀ ਪ੍ਰੋਡਕਟਿਵਿਟੀ ਦੇ ਕੰਮ ਨਹੀਂ? ਜਦੋਂ ਕਿ ਸ਼ਾਇਦ ਉਹ ਔਰਤ ਇੱਕ ਬਹੁਤ ਹੀ ਜ਼ਹੀਨ ਇਨਸਾਨ ਹੋਵੇ ਔਰ ਉਹ ਨੋਬੈਲ ਪ੍ਰਾਈਜ਼ ਲਿਆਉਣ ਦੇ ਕਾਬਿਲ ਹੋਵੇ ਕਿਸੇ ਸਬਜੈਕਟ ਦੇ ਵਿੱਚ। ਹੈ ਵੀ ਜੀ। ਸੋ ਇਸੀ ਗੱਲ ਤੋਂ ਪਿਤਰ ਸੱਤਾ ਜਾਂ ਪੈਟਰੀਆਰਕੀ ਦਾ ਇੱਕ ਹੋਰ ਬਹੁਤ ਘਿਨਾਉਣਾ ਪੱਖ ਹੈ
ਜੋ ਬਹੁਤ ਕੁਝ ਲੁਕਿਆ ਹੋਇਆ ਸਾਡੇ ਸਮਾਜ ਵਿੱਚ ਕੁਝ ਸਾਹਮਣੇ ਆਉਂਦਾ, ਉਹ ਹੈਗਾ ਘਰੇਲੂ ਹਿੰਸਾ ਦਾ। ਔਰਤ ਨੂੰ ਕੰਟਰੋਲ ਕਰਨ ਦੇ ਲਈ ਘਰੇਲੂ ਹਿੰਸਾ ਬੜੇ ਪਰਿਵਾਰਾਂ ਦੇ ਵਿੱਚ ਉਹਦੇ ਮਾਪਿਓ ਦੇ ਘਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਜੇ ਉਹ ਗੱਲ ਨਹੀਂ ਮੰਨਦੀ, ਬਾਪ ਨੂੰ ਵੀ ਉਹਨੂੰ ਕੁੱਟਣ ਦਾ ਅਧਿਕਾਰ ਹੈ, ਵੱਡੇ ਭਰਾ ਨੂੰ ਵੀ ਉਹਨੂੰ ਕੁੱਟਣ ਦਾ ਅਧਿਕਾਰ ਹੈ। ਮੈਂ ਇੱਥੇ ਤੱਕ ਖੁਦ ਦੇਖਿਆ ਹੈ ਕਿ ਚਾਚੇ ਤਾਇਆਂ ਨੂੰ ਵੀ ਕੁੱਟਣ ਦਾ ਅਧਿਕਾਰ ਹੈ। ਜੇ ਉਹਨਾਂ ਨੇ ਦੇਖ ਲਿਆ ਕਿ ਉਹ ਫੋਨ ਤੇ ਕਿਸੇ ਮੁੰਡੇ ਨਾਲ ਗੱਲ ਕਰ ਰਹੀ ਹੈ ਜਾਂ ਉਹ ਕਾਲਜ ਯੂਨੀਵਰਸਿਟੀ ਕਿਸੇ ਦੇ ਨਾਲ ਉਹਦੀ ਦੋਸਤੀ ਹੈ। ਔਰ ਸ਼ਾਦੀ ਤੋਂ ਬਾਅਦ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੇ ਉਹਨਾਂ ਦੇ ਪਤੀ ਨੇ ਉਹ ਤਾਂ ਸਮਝਦੇ ਹੈ ਕਿ ਜਿਸ ਤਰੀਕੇ ਨਾਲ ਅਸੀਂ ਆਪਣੀ ਗਾਂ ਨੂੰ ਕੁੱਟ ਸਕਦੇ ਹਾਂ ਤੇ ਔਰਤ ਨੂੰ ਵੀ ਉਹ ਵੀ ਸਾਡੀ ਓਨਰਸ਼ਿਪ ਵਿੱਚ ਹੈ, ਉਹਨੂੰ ਅਸੀਂ ਕਿਉਂ ਨਹੀਂ ਕੁੱਟ ਸਕਦੇ। ਔਰ ਜਿਹੜੀ ਇਹ ਹਿੰਸਾ ਹੈ ਇਹ ਸਿਰਫ ਕੁੱਟਮਾਰ 'ਚ ਨਹੀਂ ਹੈ, ਇਹਦੇ ਇਲਾਵਾ ਜਿਹੜਾ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ, ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਉਹਨਾਂ ਨੂੰ ਇਮੋਸ਼ਨਲੀ ਬਲੈਕਮੇਲ ਕੀਤਾ ਜਾਂਦਾ ਹੈ ਜਾਂ ਉਹਨਾਂ ਕੋਲੋਂ ਖਰਚਾ ਰੋਕ ਲਿਆ ਜਾਂਦਾ ਹੈ। ਇਹ ਸਾਰੇ ਤਰੀਕੇ ਨੇ ਡੋਮੈਸਟਿਕ ਵਾਇਲੈਂਸ ਦੇ ਜਾਂ ਘਰੇਲੂ ਹਿੰਸਾ ਦੇ। ਇਹਨਾਂ ਦੇ ਨਾਲ ਆਪਾਂ ਕਿਵੇਂ ਲੜ ਸਕਦੇ ਹਾਂ ਜਾਂ ਇਹਨਾਂ 'ਤੇ ਕਿਵੇਂ ਅਸੀਂ ਔਰਤਾਂ ਨੂੰ ਇਹਦੇ ਵਿੱਚੋਂ ਕੱਢ ਸਕਦੇ ਹਾਂ? ਪਹਿਲੇ ਤਾਂ ਸਾਨੂੰ ਇਹ ਦੇਖਣਾ ਹੋਏਗਾ ਕਿ ਇਹ ਵਾਇਲੈਂਸ ਜੈਂਡਰ ਬੇਸਡ ਵਾਇਲੈਂਸ ਹੈ। ਸਿਰਫ ਔਰਤ ਦੇ ਖਿਲਾਫ ਨਹੀਂ, ਕਿਉਂਕਿ ਉਹ ਔਰਤ ਹੈ ਇਸ ਲਈ ਉਹਦੇ ਉੱਤੇ ਵਾਇਲੈਂਸ ਹੋ ਰਹੀ ਹੈ। ਐਂਡ ਦੂਸਰਾ ਹੈ ਨੋਰਮਲਾਈਜੇਸ਼ਨ ਆਫ ਵਾਇਲੈਂਸ। ਇਹ ਜਿਹੜੀ ਨੋਰਮਲਾਈਜੇਸ਼ਨ ਆਫ ਵਾਇਲੈਂਸ ਹੈ ਤੇ ਐਨ ਐਕਸੈਪਟੈਂਸ ਆਫ ਵਾਇਲੈਂਸ ਕਿ ਇਟਸ ਓਕੇ ਕਿ ਅਸੀਂ ਕੁਝ ਕਿਸੇ ਦਾ ਸ਼ੋਸ਼ਣ ਕਰ ਲਿਆ, ਕੁੱਟਤਾ, ਕੁਝ ਗਾਲਾਂ ਦੇਤੀਆਂ, ਉਹ ਐਕਸੈਪਟੇਬਲ ਹੈ। ਤੇ ਇਹ ਦੋਨੋਂ ਮਰਦ ਤੇ ਔਰਤ ਦੋਨੋਂ ਐਕਸੈਪਟ ਕਰਦੇ ਹੈ। ਔਰਤ ਵੀ ਸੋਚਦੀ ਹੈ ਕਿ ਮੈਨੂੰ ਜੇ ਮਾਰਤਾ ਕੋਈ ਗੱਲ ਨਹੀਂ, ਬਿਕੋਜ਼ ਉਹਨੂੰ ਉਹ ਸ਼ੁਰੂ ਤੋਂ ਇਹੀ ਦੇਖ ਕੇ ਪਲੀ ਹੈ, ਉਹਨੇ ਗਾਣੇ ਵੀ ਉਹੀ ਸੁਣੇ ਹੈ ਤੇ ਸਾਡੀ ਸੰਸਕ੍ਰਿਤੀ ਵਿੱਚ ਉਹ ਪਲੀ ਵੀ ਇਦਾਂ ਦੀ ਹੈ। ਹੁਣ ਜਿਹੜਾ ਪੰਜਾਬੀ ਬੋਲੀਆਂ ਵਿੱਚ ਬੜੀ ਵਾਰ ਕਿਹਾ ਜਾਂਦਾ ਹੈ, ਬਹੁਤ ਵਾਰੀ ਕਿ ਮੈਨੂੰ ਮਾਰਿਆ ਰਾਤੀ, ਹਾਂ, ਪਰ ਫਿਰ ਵੀ ਉਹ ਗੱਭਰੂ ਮੇਰਾ ਹੀ ਹੈ। ਬਿਲਕੁਲ ਬਿਲਕੁਲ। ਤੇ ਉਹ ਜਿਹੜੀ ਐਕਸੈਪਟੈਂਸ ਆਫ ਵਾਇਲੈਂਸ ਐਂਡ ਨੋਰਮਲਾਈਜੇਸ਼ਨ ਆਫ ਵਾਇਲੈਂਸ ਹੈ, ਐਂਡ ਜਿੱਦਾਂ ਤੁਸੀਂ ਕਿਹਾ ਕਿ ਬਹੁਤ ਭਿਆਨਕ ਰੂਪ ਹੁਣ ਲੈ ਰਹੀ ਹੈ। ਅਸੀਂ ਦੇਖ ਰਹੇ ਹਾਂ ਕਿ ਗੈਸ ਲਾਈਟਿੰਗ ਕਿੰਨੀ ਹੋ ਰਹੀ ਹੈ। ਐਬਸੋਲੂਟਲੀ। ਤੇ ਇਹ ਜਿਹੜੇ ਸ਼ਾਦੀशुदा ਲੋਕ ਨੇ ਉਹਨਾਂ ਵਿੱਚ ਪਤੀ ਪਤਨੀ ਵਿੱਚ ਗੈਸ ਲਾਈਟਿੰਗ ਦਾ ਇੱਕ ਨਵਾਂ ਟਰਮ ਹੈ, ਲੇਕਿਨ ਉਹ ਬਹੁਤ ਜ਼ਿਆਦਾ ਪ੍ਰਚਲਿਤ ਹੈ। ਉਹ ਇਮੋਸ਼ਨਲ ਵਾਇਲੈਂਸ ਹੈ। ਐਂਡ ਉਹਦੇ ਵਿੱਚ ਕੀ ਕਰਦਾ ਹੈ ਪੁਰਸ਼ ਕਿ ਔਰਤ ਨੂੰ ਇੰਨਾ ਦਬਾਉਂਦਾ ਹੈ, ਇੰਨਾ ਜ਼ਿਆਦਾ ਉਹਨੂੰ ਕਮਜ਼ੋਰ ਕਰ ਦਿੰਦਾ ਹੈ, ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਕਮਤਰ ਬਣਾਈ ਜਾਂਦਾ ਹੈ ਕਿ ਪੜ੍ਹੀ ਲਿਖੀਆਂ ਲੜਕੀਆਂ ਵੀ ਆਪਣੀ ਸੈਲਫ ਐਸਟੀਮ, ਆਪਣੀ ਆਈਡੈਂਟੀਟੀ ਉਹਨਾਂ ਦੀ ਕੁਝ ਵੀ ਰਹਿੰਦੀ ਨਹੀਂ ਹੈ। ਸੈਲਫ ਐਸਟੀਮ ਇੰਨੀ ਲੋ ਹੋ ਜਾਂਦੀ ਹੈ ਕਿ ਉਹ ਕੁਝ ਕਰ ਹੀ ਨਹੀਂ ਸਕਦੀਆਂ। ਪਲੱਸ ਅਸੀਂ ਕਹਿੰਦੇ ਇੱਕ ਸਾਈਕਲ ਆਫ ਵਾਇਲੈਂਸ ਹੁੰਦਾ ਹੈ ਜਿਹੜਾ ਪੁਰਸ਼ ਕਰਦਾ ਹੈ, ਸਪੈਸ਼ਲੀ ਮੈਰਿਟਲ ਰਿਲੇਸ਼ਨਸ਼ਿਪਸ ਵਿੱਚ। ਉਹ ਔਰਤ ਨੂੰ ਹਮੇਸ਼ਾ ਕਮਤਰ ਤੇ ਉਹਦੀਆਂ ਨੁਕਸ ਕੱਢੇਗਾ, ਕਹੇਗਾ ਤੈਨੂੰ ਇਹ ਨਹੀਂ ਆਉਂਦਾ, ਤੂੰ ਸੋਹਣੀ ਨਹੀਂ ਹੈ, ਤੇਰੇ ਮਾਂ-ਪਿਓ ਨੇ ਇਹ ਨਹੀਂ ਤੈਨੂੰ ਸਿਖਾਇਆ, ਉਹ ਨਹੀਂ ਸਿਖਾਇਆ। ਇੱਕ ਬੜੀ ਕੇਪੇਬਲ ਔਰਤ ਵੀ ਸੋਚਣ ਲੱਗ ਜਾਂਦੀ ਹੈ, ਉਹ ਮੈਨੂੰ ਤਾਂ ਤੈਨੂੰ ਕਿਸੇ ਨਾਲ ਗੱਲ ਨਹੀਂ ਕਰਨੀ ਆਉਂਦੀ, ਤੂੰ ਪਾਰਟੀ ਵਿੱਚ ਕੀ ਪਾ ਕੇ ਜਾ ਰਹੀ ਹੈ। ਇਹ ਛੋਟੀਆਂ-ਛੋਟੀਆਂ ਗੱਲਾਂ ਨਾਲ ਉਹ ਬਹੁਤ ਵੱਡਾ ਇੰਪੈਕਟ ਪਾ ਦਿੰਦਾ ਉਹਦੇ ਉੱਤੇ। ਫਿਰ ਉਹਨੂੰ ਆਪਣੀ ਫਰੈਂਡਸ ਤੇ ਉਹਦੇ ਪਰਿਵਾਰ ਤੋਂ ਦੂਰ ਕਰ ਦਿੰਦਾ। ਤੇ ਇਹ ਸਾਈਕਲ ਆਫ ਵਾਇਲੈਂਸ ਵਿੱਚ ਕਦੀ-ਕਦੀ ਬੜਾ ਚੰਗਾ ਹੋ ਜਾਂਦਾ ਹੈ ਤੇ ਔਰਤ ਉਹ ਕਹਿੰਦੀ ਹੈ ਕਿ ਅੱਛਾ ਅੱਜ ਤੋਂ ਇਹ ਠੀਕ ਹੈ। ਹਾਂ, ਫਿਰ ਉਹ ਬੜੀ ਸਿਸਟਮੈਟਿਕਲੀ ਉਹਨੂੰ ਇੰਨੀ ਲੋ ਸੈਲਫ ਐਸਟੀਮ ਕਰ ਦਿੰਦਾ ਹੈ ਕਿ ਉਹ ਬਿਲਕੁਲ ਹੀ ਦਬ ਜਾਂਦੀ ਹੈ ਤੇ ਉਹਦੀ ਮੂੰਹ 'ਚ ਆਵਾਜ਼ ਹੀ ਨਹੀਂ ਆਉਂਦੀ ਔਰ ਉਹ ਸੋਚਦੀ ਹੈ ਕਿ ਮੈਂ ਹੀ ਗਲਤ ਹਾਂ। ਇਸ ਗੈਸਲਾਈਟਿੰਗ ਦੇ ਸ਼ਿਕਾਰ ਬਹੁਤ ਐਜੂਕੇਟਡ ਔਰਤਾਂ ਵੀ ਹੋ ਰਹੀਆਂ। ਤੁਸੀਂ ਕਿਹਾ ਕਿ ਡੋਮੈਸਟਿਕ ਵਾਇਲੈਂਸ ਹਰ ਤਬਕੇ ਵਿੱਚ ਹੈ, ਹਰ ਕਾਸਟ ਵਿੱਚ ਹੈ, ਹਰ ਕਲਾਸ ਵਿੱਚ ਹੈ। ਪੜ੍ਹੇ ਲਿਖੀ ਔਰਤਾਂ ਨਾਲ ਵੀ ਹੋ ਰਹੀ ਹੈ, ਅਨਪੜ੍ਹ ਔਰਤਾਂ ਨਾਲ ਵੀ ਹੋ ਰਹੀ ਹੈ, ਗਰੀਬ ਔਰਤ ਨਾਲ ਵੀ ਹੋ ਰਹੀ ਹੈ ਤੇ ਬਹੁਤ ਅਮੀਰ ਔਰਤ ਨਾਲ ਵੀ ਹੋ ਰਹੀ ਹੈ। ਬਹੁਤ ਅਮੀਰ ਜਿਹੜੇ ਹੈ, ਜੋ ਅਪਰ ਕਲਾਸ ਹੈ, ਉਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਪਤਾ ਨਹੀਂ ਲੱਗਦਾ ਕਿਉਂਕਿ ਉਹ ਕਲਾਸ ਵੀ ਬਹੁਤ ਛੋਟੀ ਹੈ ਤੇ ਉਹ ਬਾਹਰ ਨਹੀਂ ਆਉਂਦੀਆਂ ਗੱਲਾਂ। ਮਿਡਲ ਕਲਾਸ ਦੀ ਔਰਤ ਬਹੁਤ ਜ਼ਿਆਦਾ
ਫਸੀ ਹੋਈ ਹੈ ਟ੍ਰੈਡੀਸ਼ਨਲ ਰੋਲਸ ਵਿੱਚ ਬਹੁਤ ਅਨਹੈਪੀ ਮੈਰਿजेस ਚੱਲ ਰਹੀਆਂ ਹੈ ਐਂਡ ਯੂ ਆਰ ਅ ਸਾਈਕੋਲੋਜਿਸਟ ਮੇਰੀ ਇੱਕ ਸਾਈਕੋਲੋਜਿਸਟ ਫਰੈਂਡ ਹੈ ਜਿਸਨੇ ਮੈਨੂੰ ਕਿਹਾ ਕਿ ਮੇਰੇ ਕੋਲ ਅੱਜ ਕੱਲ ਬਹੁਤ ਜ਼ਿਆਦਾ ਕੇਸਿਸ ਆ ਰਹੇ ਹਨ ਡਿਸਫੰਕਸ਼ਨਲ ਹੋਮਸ ਤੋਂ ਜਿੱਥੇ ਅਡੋਲੈਸੈਂਟ ਬੱਚੇ ਮੇਰੇ ਕੋਲ ਆ ਰਹੇ ਹਨ ਆਦਮੀ ਤੇ ਔਰਤ ਦੀ ਬੰਦੀ ਨਹੀਂ ਹੈ ਵਾਇਲੈਂਸ ਹੈ ਪਰ ਉਹ ਰਹਿ ਰਹੇ ਇਕੱਠੇ ਕਿ ਬੱਚੇ ਔਰ ਫੈਮਿਲੀ ਦਾ ਆਕਾਰ ਇਕੱਠਾ ਰਹੇ ਪਰ ਉਹ ਕਿਹੜੀ ਫੈਮਿਲੀ ਹੈ ਜਿੱਥੇ ਵਾਇਲੈਂਸ ਹੁੰਦੀ ਹੈ ਤੇ ਮੇਰਾ ਇਹ ਕਹਿਣਾ ਹੈ ਕਿ ਇਹ ਨੋਰਮਲਾਈਜੇਸ਼ਨ ਆਫ ਵਾਇਲੈਂਸ ਨੂੰ ਕੁਐਸਚਨ ਕਰਨਾ ਬਹੁਤ ਜ਼ਰੂਰੀ ਹੈ ਤੇ ਸਾਡੇ ਜਿਹੜੇ ਪੁਰਸ਼ ਸਾਥੀ ਹੈ ਉਹਨਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ ਹੈ ਕਿ ਕਾਨੂੰਨ ਕੀ ਹੈ ਇਹਦੇ ਰਿਪਰੀਕਾਸ਼ਨਸ ਕੀ ਹੈ ਅੱਜ ਕੱਲ ਬਹੁਤ ਸਾਰੇ ਆਰਗੇਨਾਈਜੇਸ਼ਨਸ ਹੈ ਸਰਕਾਰ ਦੀ ਵੀ ਤੇ NGOs ਵੀ ਜੋ ਕਿ ਮਦਦ ਕਰ ਰਹੇ ਮਹਿਲਾਵਾਂ ਦੀ ਔਰਤਾਂ ਦੀਆਂ ਕਿਉਂਕਿ ਔਰਤ ਨੂੰ ਸਪੋਰਟ ਤਾਂ ਚਾਹੀਦੀ ਹੈ ਜਦੋਂ ਇੰਨੀ ਜ਼ਿਆਦਾ ਇੰਟਰੈਂਚ ਹੋ ਜਾਂਦੀ ਹੈ ਵਾਇਲੈਂਸ ਵਿੱਚ ਉਹਨੂੰ ਕੋਈ ਸਪੋਰਟ ਚਾਹੀਦੀ ਹੈ ਹੁਣੇ ਮੈਂ ਇੱਕ ਵਰਕਸ਼ਾਪ ਕੀਤੀ ਸੀ ਵਨ ਸਟਾਪ ਸੈਂਟਰਸ ਪੰਜਾਬ ਦੇ ਜਿਹੜੇ ਫੰਕਸ਼ਨਰੀਜ਼ ਹੈ ਉਹਨਾਂ ਨਾਲ ਤੇ ਵਨ ਸਟਾਪ ਸੈਂਟਰਸ ਪੰਜਾਬ ਵਿੱਚ ਬਹੁਤ ਚੰਗਾ ਕੰਮ ਕਰ ਰਹੇ ਹਰ ਡਿਸਟ੍ਰਿਕਟ ਵਿੱਚ ਹੈਗੇ ਹੈ ਤੇ ਉੱਥੇ ਰੇਪ ਦੇ ਸਰਵਾਈਵਰਸ ਵਾਇਲੈਂਸ ਦੇ ਸਰਵਾਈਵਰਸ ਔਰਤਾਂ ਆਉਂਦੀਆਂ ਨੇ ਤੇ ਉੱਥੇ ਕਿਉਂਕਿ ਕਾਉਂਸਲਰਸ ਹੈਗੇ ਹੈ ਐਂਡ ਉਹ ਪੂਰਾ ਸਟਰਕਚਰ ਹੈ ਉਹ ਕਾਫੀ ਲੋਕਾਂ ਨੂੰ ਹੈਲਪ ਕਰ ਪਾ ਰਹੇ ਹੈ ਇਹ ਤਾਂ ਬਹੁਤ ਅੱਛੀ ਗੱਲ ਦੱਸੀ ਹੈ ਤੁਸੀਂ ਦਿਸ ਇਜ਼ ਅ ਵੈਰੀ ਬਿਗ ਥਿੰਗ ਵਿਚ ਇਜ਼ ਹੈਪਨਿੰਗ ਇਨ ਪੰਜਾਬ ਔਰ ਕਾਫੀ ਚੰਗਾ ਕੰਮ ਹੋ ਰਿਹਾ ਹੈ ਉਹਦੇ ਇਲਾਵਾ ਬਹੁਤ ਸਾਰੀ ਔਰਤਾਂ ਆਉਂਦੀਆਂ ਹੈ ਜੋ ਰਿਪੋਰਟ ਨਹੀਂ ਲਿਖਵਾਉਣਾ ਚਾਹੁੰਦੀਆਂ ਉਹ ਸਿਰਫ ਕਾਉਂਸਲਿੰਗ ਕਰਕੇ ਚਲੀ ਜਾਂਦੀਆਂ ਹੈ ਕਿਉਂਕਿ ਅਲਟੀਮੇਟਲੀ ਔਰਤ ਦਾ ਡਿਸੀਜਨ ਹੈ ਕਿ ਉਸਨੇ ਉਸ ਪਰਿਵਾਰ ਵਿੱਚ ਰਹਿਣਾ ਹੈ ਨਹੀਂ ਰਹਿਣਾ ਉਸ ਵਿਆਹ 'ਚ ਰਹਿਣਾ ਕਿ ਨਹੀਂ ਰਹਿਣਾ ਅਸੀਂ ਨਹੀਂ ਕਹਿ ਰਹੇ ਹਾਂ ਕਿ ਹਰ ਪਰਿਵਾਰ ਨੂੰ ਤੋੜਨਾ ਚਾਹੀਦਾ ਹੈ ਲੇਕਿਨ ਇਹ ਜ਼ਰੂਰ ਹੈ ਕਿ ਵਾਇਲੈਂਸ ਜਿਹੜੀ ਫਿਜ਼ੀਕਲ ਹੈ ਇਮੋਸ਼ਨਲ ਹੈ ਮੈਂਟਲ ਹੈ ਇਕਨੋਮਿਕ ਹੈ ਤੇ ਹੁਣ ਅਸੀਂ ਐਜੂਕੇਸ਼ਨ ਵੀ ਕਹਿ ਰਹੇ ਹਾਂ ਕਿ ਓਪਰਚੁਨਿਟੀ ਨਹੀਂ ਦਿੰਦੇ ਬੱਚਿਆਂ ਨੂੰ ਕੁੜੀਆਂ ਨੂੰ ਇੱਕ ਤਾਂ ਡੋਮੈਸਟਿਕ ਵਾਇਲੈਂਸ ਪਤਨੀ ਦੇ ਉੱਤੇ ਹੈ ਦੂਸਰਾ ਬੱਚਿਆਂ ਤੇ ਵੀ ਹੈ ਬਿਲਕੁਲ ਤੇ ਸਾਡੇ ਕੋਲ ਪੌਕਸੋ ਦੇ ਬੜੇ ਕੇਸਿਸ ਆਉਂਦੇ ਆ ਜਿੱਥੇ ਬੱਚਿਆਂ ਨੂੰ ਬੋਥ ਬॉयਜ਼ ਐਂਡ ਗਰਲਸ ਉਹਨਾਂ ਦੀ ਸੈਕਸ਼ੂਅਲ ਹੈਰੈਸਮੈਂਟ ਹੋ ਰਹੀ ਹੈ ਇਹ ਵੀ ਸਾਡੇ ਘਰਾਂ 'ਚ ਹੋ ਰਿਹਾ ਹੈ ਇੱਕ ਰਿਐਲਿਟੀ ਹੈ ਸਾਡੀ ਬਹੁਤ ਬਹੁਤ ਬਦਸੂਰਤ ਸੱਚ ਹੈ ਇੱਕ ਸਾਡੇ ਸਮਾਜ ਦਾ ਤੇ ਇੱਕ ਇਹਦੇ ਨਾਲ ਜੁੜਦਾ ਸਵਾਲ ਹੋਰ ਮੇਰੇ ਮਨ 'ਚ ਆਉਂਦਾ ਹੈ ਜਿਹੜੀ ਵੈਸਟਰਨ ਕੰਟਰੀਜ਼ ਨੇ ਜਿਹੜੀਆਂ ਸਾਡੇ ਨਾਲੋਂ ਮਟੀਰੀਅਲੀ ਬਹੁਤ ਜ਼ਿਆਦਾ ਅੱਗੇ ਵੱਧ ਚੁੱਕੀਆਂ ਨੇ ਉੱਥੇ ਡਿਵੋਰਸ ਰੇਟ ਬਹੁਤ ਹਾਈ ਹੈ ਤੇ ਸਾਡੇ ਮੁਲਕ ਦੇ ਵਿੱਚ ਇਹ ਬੜੇ ਗਰਵ ਨਾਲ ਬਹੁਤ ਵਾਰ ਦੱਸਿਆ ਜਾਂਦਾ ਹੈ ਕਿ ਸਾਡਾ ਫੈਮਿਲੀ ਸਿਸਟਮ ਬਹੁਤ ਅੱਛਾ ਹੈ ਇਸ ਕਰਕੇ ਸਾਡੇ ਡਿਵੋਰਸ ਰੇਟ ਬੜਾ ਘੱਟ ਹੈ ਕੀ ਵਾਕਈ ਤੁਸੀਂ ਸਮਝਦੇ ਹੋ ਕਿ ਡਿਵੋਰਸ ਰੇਟ ਦਾ ਘੱਟ ਹੋਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਸਾਡਾ ਫੈਮਿਲੀ ਸਿਸਟਮ ਉਹਨਾਂ ਨਾਲੋਂ ਬਿਹਤਰ ਹੈ ਤੇ ਜ਼ਿਆਦਾ ਖੁਸ਼ ਨੇ ਪਤੀ ਪਤਨੀ ਤੇ ਉਹਨਾਂ ਦਾ ਰਿਸ਼ਤਾ ਜ਼ਿਆਦਾ ਬਿਹਤਰ ਹੈ ਇਹ ਨਹੀਂ ਹੈ ਉੱਥੇ ਵੀ ਵਾਇਲੈਂਸ ਅਗੇਂਸਟ women ਬਹੁਤ ਹਾਈ ਹੈ every third woman in the world is likely or has suffered violence this is the UN report ਤੇ ਹੈਰੈਸਮੈਂਟ ਕਈ ਤਰ੍ਹਾਂ ਦੀ ਹੈ ਉਹ ਉਸ ਕੰਟਰੀਜ਼ ਵਿੱਚ ਡਿਵੋਰਸ ਪ੍ਰੋਸੈਸਸ ਆਰ ਈਜ਼ੀਅਰ ਡਿਵੋਰਸ ਔਰਤ ਤੇ ਮਰਦ ਦੀ ਐਕਸੈਪਟੇਬਿਲਿਟੀ ਸਮਾਜ ਵਿੱਚ ਜ਼ਿਆਦਾ ਹੈ ਸਾਡੇ ਸਮਾਜ ਵਿੱਚ ਨੰਬਰਸ ਵੱਧ ਰਹੇ ਹੁਣ ਮੈਂ ਨਹੀਂ ਕਹਿ ਰਹੀ ਹਾਂ ਕਿ ਡਿਵੋਰਸ ਹੋਣਾ ਹੀ ਚਾਹੀਦਾ ਹੈ ਲੇਕਿਨ ਇੱਕ ਡਿਸਫੰਕਸ਼ਨਲ ਪਰਿਵਾਰ ਹੈ ਔਰਤ ਦੇ ਕੋਲ ਚੋਇਸ ਹੋਣੀ ਚਾਹੀਦੀ ਹੈ ਉੱਥੇ ਸ਼ਾਇਦ ਕਿਉਂਕਿ ਉਹ ਆਰਥਿਕ ਤੌਰ ਤੇ ਜ਼ਿਆਦਾ ਇੰਡੀਪੈਂਡੈਂਟ ਨੇ ਉਹ ਔਰਤਾਂ ਕੋਲ ਇਹ ਚੋਇਸ ਹੈ ਤੇ ਸਾਡੀਆਂ ਔਰਤਾਂ ਕੋਲ ਚੋਇਸ ਨਹੀਂ ਤੇ ਸਮਾਜਿਕ ਐਕਸੈਪਟੇਬਿਲਿਟੀ ਲੋ ਹੈ ਸ਼ਾਇਦ ਇਹ ਦੋਨੋਂ ਪਹਿਲੂ ਨੇ ਜਿਹਦੇ ਨਾਲ ਬਹੁਤ ਸਾਰੀਆਂ ਔਰਤਾਂ ਕੁੱਟ ਕੇ ਜੀਂਦੀਆਂ ਨੇ ਪਰ ਇਹਦੇ ਨਾਲ ਸੰਸਕ੍ਰਿਤੀ ਤੇ ਪਿਤਰੀ ਸੱਤਾ ਫਿਰ ਜੁੜੀ ਹੋਈ ਹੈ ਕਿਉਂਕਿ ਇੱਕ ਇੰਡੀਪੈਂਡੈਂਟ ਕਮਾਊ ਔਰਤ ਵੀ ਡਿਵੋਰਸ ਨਹੀਂ ਚਾਹੁੰਦੀ ਕਿਉਂਕਿ ਉਹਦੀ ਜ਼ਿਹਨ ਤੇ ਮੈਨੂੰ ਜਾਣਦੀਆਂ ਡਾਕਟਰਸ ਔਰਤਾਂ ਇੰਡੀਪੈਂਡੈਂਟ ਵੈਰੀ ਵੈਰੀ ਗੁੱਡ ਪਰਸਨੈਲਿਟੀ ਪਰ ਉਹ ਇੱਕ ਡਿਸਫੰਕਸ਼ਨਲ ਮੈਰਿਜ ਵਿੱਚ ਰਹਿ ਰਹੀਆਂ ਨੇ ਇੰਡੀਪੈਂਡੈਂਟ ਨੇ ਲੇਕਿਨ ਕਿਉਂਕਿ ਸਮਾਜਿਕ ਅਪਰੂਵਲ ਨਹੀਂ ਹੈ ਐਂਡ ਸ਼ਾਇਦ ਉਹਨਾਂ ਨੂੰ ਸਾਰਿਆਂ ਨੂੰ ਲੱਗਦਾ ਹੈ ਕਿ ਇੱਕ ਹੁਣ ਸਟਿਗਮਾ ਤੇ ਘੱਟ ਹੋ ਗਿਆ ਕਾਫੀ ਲੇਕਿਨ ਇੱਕ ਬਹੁਤ ਵੱਡਾ ਸਟੈਪ ਹੈ ਫੈਮਿਲੀਜ਼ ਵਿੱਚ ਤੇ ਆਪਣੇ ਆਪ ਦੇ ਨਾਲ ਮੈਂ ਐਸੀਆਂ IAS ਔਰਤਾਂ ਨੂੰ ਵੀ ਜਾਣਦੀ ਹਾਂ ਜਿਹੜੀਆਂ ਆਪਣੀ ਘਰੇਲੂ ਹਿੰਸਾ ਸਹਿ ਕੇ ਵੀ
ਆਪਣੀ ਮੈਰਿਜ ਤੋਂ ਬਾਹਰ ਨਹੀਂ ਨਿਕਲਣ ਦਾ ਉਹਨਾਂ 'ਚ ਹਿੰਮਤ ਨਹੀਂ ਹੋਈ। ਐਗਜ਼ੈਕਟਲੀ। ਸੋ ਇੱਕ ਹੋਰ ਹੁਣ ਅਖੀਰੀ ਸਵਾਲ ਇਹ ਹੈਗਾ ਕਿ ਜਦੋਂ ਸਾਡੇ ਨਾਨੀਆਂ ਤੇ ਦਾਦੀਆਂ ਦਾ ਸਮਾਂ ਸੀ, ਉਸ ਤੋਂ ਤੁਸੀਂ ਤਾਂ ਖਾਸ ਤੌਰ 'ਤੇ, ਕਿਉਂਕਿ ਤੁਸੀਂ ਇੱਕ ਸੋਸ਼ੀਓਲੋਜਿਸਟ ਹੋ, ਤੇ ਤੁਹਾਡੇ ਵਿੱਚ ਇੱਕ ਮੈਂ ਦੇਖਿਆ ਕਿ ਬਹੁਤ ਇਸ ਗੱਲ ਦੀ ਇੱਕ ਪੈਸ਼ਨ ਹੈ ਆਬਜ਼ਰਵੇਸ਼ਨ ਸਮਾਜ ਦੀ ਕਰਨੀ, ਖਾਸ ਤੌਰ 'ਤੇ ਔਰਤਾਂ ਦੇ ਨਾਲ ਜੁੜੇ ਹੋਏ ਮਸਲਿਆਂ ਦੀ। ਤੇ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਕੀ ਅੰਦਾਜ਼ਾ ਲਾਉਂਦੇ ਹੋ ਕਿ ਔਰਤ ਦੀ ਹਾਲਤ 'ਚ ਕਿੰਨਾ ਕੁ ਸੁਧਾਰ ਆਇਆ ਜਾਂ ਬਦਲਾਵ ਆਇਆ? ਇਹ ਵੀ ਬੜਾ ਕੰਪਲੈਕਸ ਕੁਐਸਚਨ ਹੈ। ਸੁਧਾਰ ਇਨ ਦ ਸੈਂਸ ਕਿ ਓਪਰਚੁਨਿਟੀ, ਐਜੂਕੇਸ਼ਨ, ਈਵਨ ਸਪੋਰਟਸ, ਮੋਬਿਲਿਟੀ ਵੱਧਦੀ ਹੈ, ਕਿਉਂਕਿ ਮੋਬਿਲਿਟੀ ਤੇ ਬੜਾ ਕੰਟਰੋਲ ਸੀਗਾ ਪਹਿਲੇ। ਔਰਤ ਦੇ ਉੱਤੇ ਇਹ ਵੀ ਸੀਗਾ ਕਿ ਉਹ ਬਾਹਰ ਨਾ ਜਾਏ। ਹੁਣ ਐਟਲੀਸਟ ਅਸੀਂ ਸਾਰੇ ਲੋਕ ਆਪਣੀ ਵਹੀਕਲਸ ਚਲਾਉਂਦੇ ਹਾਂ, ਤੇ ਕਾਫੀ ਚੇਂਜਸ ਤਾਂ ਕਾਫੀ ਹੈ, ਲੇਕਿਨ ਜਿਹੜੀ ਐਟੀਟਿਊਡਨਲ ਚੇਂਜ ਹੈ ਉਹ ਹਲੇ ਵੀ ਬਹੁਤ ਦੇਰ ਲੱਗੇਗੀ। ਜਿਹੜੀ ਕਲਚਰਲ ਔਰ ਸੰਸਕ੍ਰਿਤਿਕ ਜਿਹੜੀ ਸਾਡੀ ਪਕੜ ਹੈ, ਉਹਦੀ ਜਿਹੜੀ ਪਰਸਪੈਕਟਿਵ ਬਦਲਣਾ ਤੇ ਐਟੀਟਿਊਡਨਲ ਚੇਂਜ ਆਣੀ, ਸਪੈਸ਼ਲੀ ਪੁਰਸ਼ਾਂ ਵਿੱਚ, ਉਹ ਬਹੁਤ ਜ਼ਰੂਰੀ ਹੈ। ਦੇਖੋ, ਮੈਂ ਇੱਕ ਐਸੇ ਪਰਿਵਾਰ ਤੋਂ ਆਉਂਦੀ ਹਾਂ ਜਿੱਥੇ ਮੇਰੀ ਦਾਦੀ ਨੇ ਲੱਡੂ ਵੰਡੇ ਸੀ ਜਦ ਮੇਰਾ ਜਨਮ ਹੋਇਆ ਸੀ। ਤੇ ਉਹ ਹਾਰਸ ਰਾਈਡਿੰਗ ਵੀ ਕਰਦੀ ਸੀ, ਪਰ ਉਹ ਸਕੂਲ ਉਹਨਾਂ ਨੂੰ ਨਹੀਂ ਭੇਜਿਆ ਸੀਗਾ। ਹੁਣ ਅਸੀਂ ਪੜ੍ਹ ਲਿਖ ਗਏ ਹਾਂ ਤੇ ਅਸੀਂ ਨੌਕਰੀਆਂ ਕਰ ਰਹੇ ਹਾਂ, ਤੇ ਉਹ ਚੇਂਜ ਤਾਂ ਹੈਗੀ ਹੈ, ਲੇਕਿਨ ਹਲੇ ਵੀ ਬਹੁਤ ਕੁਝ ਕਰਨ ਵਾਲਾ ਹੈ, ਕਿਉਂਕਿ ਐਟੀਟਿਊਡਨਲ ਚੇਂਜ ਨੂੰ ਬਹੁਤ ਟਾਈਮ ਲੱਗਦਾ ਹੈ। ਨਾਲੇ ਸਾਨੂੰ ਆਪਣੇ ਪੁਰਸ਼ ਸਾਥੀਆਂ ਨੂੰ ਨਾਲ ਜੋੜਨਾ ਪਏਗਾ, ਉਹਨਾਂ ਦੀ ਸੈਂਸਿਟਾਈਜੇਸ਼ਨ, ਉਹਨਾਂ ਦੀ ਵਾਇਲੈਂਸ ਤੇ ਪਾਰਟਨਰਸ਼ਿਪ ਦੇ ਪ੍ਰਤੀ ਅਪਰੋਚ, ਕਿ ਔਰਤਾਂ ਪਾਰਟਨਰਸ਼ਿਪਸ ਦੇ ਨਾਲ, ਤੇ ਟਰਾਂਸਜੈਂਡਰ ਵੀ ਜਿਹੜੇ ਅਸੀਂ ਇਕੱਠੇ ਹੈਗੇ ਆ, ਸਾਡੇ ਕੋਈ ਇਨਇਕੁਆਲਿਟੀ ਨਹੀਂ ਹੋਣੀ ਚਾਹੀਦੀ। ਸਾਨੂੰ ਇੱਕ ਹਿਊਮਨ ਕੁਆਲਿਟੀਜ਼ ਨੂੰ ਅਪਰੀਸ਼ੀਏਟ ਕਰਕੇ ਇੱਕ ਪੀਸਫੁਲ ਸਮਾਜ 'ਚ ਰਹੀਏ। ਜੀ। ਔਰ ਤੁਸੀਂ ਇਹ ਬੜਾ ਸਹੀ ਕਿਹਾ ਕਿ ਐਟੀਟਿਊਡਨਲ ਚੇਂਜ ਇੱਥੇ ਆਣੀ ਬਹੁਤ ਜ਼ਰੂਰੀ ਹੈ। ਔਰ ਸ਼ਾਇਦ ਉਹਦੇ ਵਿੱਚ ਨਾ ਕੁਛ ਕਿਉਂ ਅਸੀਂ ਹਲੇ ਵੀ ਕਈ ਚੀਜ਼ਾਂ 'ਚ ਚੇਂਜ ਨਹੀਂ ਲਿਆ ਸਕੇ, ਉਹ ਸਾਡੇ ਧਰਮਾਂ ਨਾਲ ਵੀ ਜੁੜਿਆ ਹੋਇਆ ਹੈ। ਔਰ ਇਹਦੇ ਵਿੱਚ ਕੁਛ ਹਿੱਸੇ ਇਸਲਾਮ ਧਰਮ ਦੇ, ਕੁਛ ਹਿੱਸੇ ਹਿੰਦੂ ਧਰਮ ਦੇ, ਔਰ ਈਵਨ ਕ੍ਰਿਸਚੈਨਿਟੀ ਦੇ ਵਿੱਚ ਕੁਛ ਐਸੇ ਹਿੱਸੇ ਨੇ ਜਿਹੜੇ ਇਸ ਐਟੀਟਿਊਡਨਲ ਚੇਂਜ ਨੂੰ ਪਿੱਛੇ ਖਿੱਚ ਰਹੇ ਨੇ। ਮੈਂ ਨਹੀਂ ਹੁਣ ਆਥੈਂਟਿਕਲੀ ਕਹਿ ਸਕਦੀ ਕਿ ਇਹ ਵਾਕਈ ਉਹ ਪੈਗੰਬਰਾਂ ਦੇ ਵੱਲੋਂ ਕਹੇ ਗਏ ਸੀ ਜਾਂ ਬਾਅਦ ਦੇ ਵਿੱਚ ਮਰਦ ਪ੍ਰਧਾਨ ਸਮਾਜ ਦੇ ਵਿੱਚ ਉਹਨਾਂ ਨੂੰ ਤੋੜ ਮਰੋੜ ਕੇ ਜਿਹੜੇ ਉਹਨਾਂ ਦੇ ਅਰਥ ਕੱਢੇ ਗਏ, ਉਹ ਇਸ ਤਰੀਕੇ ਦੇ ਕੱਢੇ ਗਏ ਕਿ ਔਰਤ ਨੂੰ ਦਬਾ ਕੇ ਹੀ ਰੱਖਿਆ ਜਾਵੇ। ਉਹੀ ਕਹਿੰਦੇ ਨਾ, ਪੋਪੂਲਰ ਜਿਹੜਾ ਸੋਚ ਹੈ ਔਰ ਪ੍ਰੋਜੈਕਸ਼ਨ ਹੈ, ਜਿਹੜੀ ਪ੍ਰੋਜੈਕਸ਼ਨ ਹੈ। ਤੇ ਮੈਂ ਅੱਜ ਲੋਹੜੀ ਦੇ ਦਿਨ ਵਾਕਈ ਇਹ ਕਾਮਨਾ ਕਰਦੀ ਹਾਂ, ਸਾਰੇ ਜਿਹੜੇ ਦਰਸ਼ਕ ਦੇਖ ਰਹੇ ਨੇ, ਕਿ ਜਿਵੇਂ ਤੁਸੀਂ ਦੱਸਦੇ ਹੋ ਕਿ ਤੁਹਾਡੇ ਜਨਮ 'ਤੇ ਲੋਹੜੀ ਮਨਾਈ ਗਈ ਸੀ, ਲੱਡੂ ਵੰਡੇ ਗਏ ਸੀਗੇ, ਔਰ ਇੰਨੇ ਸਾਲ ਪਹਿਲਾਂ, ਵੀ ਇਸ ਸਪਿਰਿਟ ਨੂੰ, ਇਸ ਐਟੀਟਿਊਡ ਨੂੰ ਆਪਾਂ ਸਾਹਮਣੇ ਲਿਆਈਏ। ਔਰ ਜੇ ਆਪਾਂ ਵਾਕਈ ਸਮਝਦੇ ਹਾਂ ਕਿ ਜਿਹੜੇ ਮੁਲਕਾਂ ਵੱਲ ਸਾਡੇ ਬੱਚੇ ਭੱਜੇ ਜਾਂਦੇ ਨੇ, ਅਮਰੀਕਾ ਵੱਲ, ਆਸਟ੍ਰੇਲੀਆ ਵੱਲ, ਵੈਸਟਰਨ ਮੁਲਕਾਂ ਵੱਲ, ਬਈ ਅਸੀਂ ਪੰਜਾਬ ਨੂੰ ਤੇ ਬਾਕੀ ਦੇ ਮੁਲਕ ਨੂੰ ਉਹਨਾਂ ਦੇ ਬਰਾਬਰ ਲਿਆਉਣਾ, ਤਾਂ ਅਸੀਂ ਆਪਣੇ ਐਟੀਟਿਊਡਸ ਵਿੱਚ ਚੇਂਜ ਲਿਆਈਏ। ਔਰ ਅਸੀਂ ਬਾਕੀ ਸਾਰਿਆਂ ਨੂੰ, ਚਾਹੇ ਉਹ ਔਰਤ ਹੈ, ਚਾਹੇ ਉਹ ਮਰਦ ਹੈ, ਜਿਨ੍ਹਾਂ ਨੂੰ ਕੁਦਰਤ ਨੇ ਇੱਕੋ ਤਰ੍ਹਾਂ ਦੀਆਂ ਮੈਂਟਲ ਐਬਿਲਿਟੀਜ਼ ਦੇ ਕੇ ਭੇਜਿਆ ਹੈ ਇੱਥੇ, ਜਾਂ ਉਹ ਟਰਾਂਸਜੈਂਡਰ ਨੇ, ਉਹਨਾਂ ਦੀਆਂ ਵੀ ਮੈਂਟਲ ਐਬਿਲਿਟੀਜ਼ ਕਿਸੇ ਨਾਲੋਂ ਘੱਟ ਨਹੀਂ ਹੈ। ਉਹ ਐਬਿਲਿਟੀਜ਼ ਨੂੰ ਜ਼ਾਇਆ ਕਰਨ ਦੀ ਬਜਾਏ ਅਸੀਂ ਉਹਨਾਂ ਨੂੰ ਅੱਗੇ ਵਧਾਈਏ। ਧੰਨਵਾਦ। ਥੈਂਕ ਯੂ।